ਸਤਿ ਸ਼੍ਰੀ ਅਕਾਲ ਜੀ। ਲੋਕਰਨ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਦੇ ਵਿੱਚ ਜਦੋਂ ਗੱਲ ਸਿਆਸੀ ਪਾਰਟੀਆਂ ਦੀ ਆਉਂਦੀ ਹੈ, ਲੋਕਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ, ਲੋਕਾਂ ਦੇ ਅਧਿਕਾਰ ਕੀ ਨੇ ਉਹਨਾਂ ਦੀ ਗੱਲ ਆਉਂਦੀ ਹੈ, ਤਾਂ ਲੋਕਾਂ ਦਾ ਧਿਆਨ ਸਿਰਫ ਤੇ ਸਿਰਫ ਵੋਟਾਂ ਤੱਕ ਜਾਂਦਾ ਹੈ ਕਿ ਅਸੀਂ ਵੋਟ ਪਾਤੀ ਤੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ। ਪਰ ਵੋਟ ਕਿਹਨੂੰ ਪਾਈ? ਕਈ ਵਾਰੀ ਇੱਦਾਂ ਹੁੰਦਾ ਕਿ ਲੋਕ ਜਿਹੜੇ ਨੇ ਉਹ ਵੋਟ ਭਾਈਵਾਲੀ ਵਿੱਚ ਵੀ ਪਾ ਦਿੰਦੇ ਨੇ ਤੇ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ, ਕਿਉਂਕਿ ਕਾਰਜਕਾਲ ਜਿਹੜਾ ਆ ਉਹ 5 ਸਾਲਾਂ ਦਾ ਹੁੰਦਾ ਜਿਹੜੀ ਸਰਕਾਰ ਨੂੰ ਤੁਸੀਂ ਆਪਣੀ ਵਾਗਡੋਰ ਫੜਾਉਂਦੇ ਹੋ। ਵੱਡੀ ਗੱਲ ਇਹ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੋ ਸਿਆਸੀ ਪਾਰਟੀਆਂ ਬਣੀਆਂ, ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਪੰਜਾਬ ਆਪਣੀ ਹੋਂਦ ਵਿੱਚ ਆਇਆ, ਸਿਆਸੀ ਪਾਰਟੀਆਂ ਨੇ ਸਾਨੂੰ ਕੀ ਕੁਝ ਦਿੱਤਾ। ਕੈਪਟਨ ਸਾਹਿਬ ਦਾ ਰਾਜ ਚੱਲ ਰਿਹਾ ਇਸ ਵੇਲੇ ਪੰਜਾਬ ਵਿੱਚ, ਤਾਂ ਹੁਣ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਸਿਆਸੀ ਪਾਰਟੀਆਂ ਹੋਂਦ ਵਿੱਚ ਆਈਆਂ, ਕਈ ਗੱਠਜੋੜ ਬਣੇ, ਕੋਈ ਮਹਾ ਗੱਠਜੋੜ ਬਣਾਉਣ ਦੀਆਂ ਗੱਲਾਂ ਕਰਦਾ ਸੀ। ਪਰ ਪੰਜਾਬ ਦੇ ਲੋਕਾਂ ਨੂੰ ਇਹ ਸਭ ਦੇ ਵਿੱਚੋਂ ਕੀ ਕੁਝ ਮਿਲਿਆ? ਪੰਜਾਬ ਦੇ ਲੋਕ ਕਿਉਂ ਹਲੇ ਵੀ ਆਪਣੇ ਅਧਿਕਾਰਾਂ ਨੂੰ ਲੈ ਕੇ ਸੜਕਾਂ ਤੇ ਆਉਂਦੇ ਨੇ? ਭਾਵੇਂ ਉਹ ਮੁਲਾਜ਼ਮ ਹੋਣ, ਭਾਵੇਂ ਆਮ ਲੋਕ ਹੀ ਕਿਉਂ ਨਾ ਹੋਣ, ਮਾਰੇ ਫਿਰਦੇ ਨੇ ਸਾਰੇ ਪਾਸੇ। ਸਭ ਦੇ ਬਾਰੇ ਵਿਸਥਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਸਿਆਂ ਤੇਰਾ ਇਹ ਹਾਲ ਕਿਉਂ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਆਲ ਇੰਡੀਆ ਰੇਡੀਓ ਸਟੇਸ਼ਨ ਦੇ ਪਟਿਆਲਾ ਤੋਂ ਡਾਇਰੈਕਟਰ ਅਮਰਜੀਤ ਸਿੰਘ ਵੜੈਚ, ਜਿਹੜੇ ਰਾਜਸੀ ਮਸਲਿਆਂ ਦੇ ਉੱਤੇ ਆਪਣੀਆਂ ਵਿਚਾਰ ਜਿਹੜੇ ਨੇ ਉਹ ਰੱਖਦੇ ਰਹਿੰਦੇ ਨੇ। ਵੱਖ-ਵੱਖ ਅਖਬਾਰਾਂ ਦੇ ਵਿੱਚ ਕਾਲਮ ਨਵੀਸ ਜਿਹੜੇ ਨੇ ਉਹ ਆਪਣੇ ਕਲਮ ਦੇ ਰਾਹੀਂ ਚੋਟ ਮਾਰਦੇ ਨੇ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਬੜੀ ਵਿਸਥਾਰ ਦੇ ਨਾਲ ਦੱਸਦੇ ਨੇ। ਸਭ ਤੋਂ ਪਹਿਲਾਂ ਵੜੈਚ ਸਾਹਿਬ ਦਾ ਲੋਕਰਨ ਚੈਨਲ ਪੰਜਾਬੀ ਤੇ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਵੜੈਚ ਸਾਹਿਬ, ਤੁਹਾਡੀ ਕਾਫੀ ਮਤਲਬ ਕਿ ਲੰਮੀ ਪਕੜ ਇਸ ਚੀਜ਼ ਦੇ ਉੱਤੇ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਜ਼ਾਦੀ ਤੋਂ ਬਾਅਦ ਦਾ ਪੰਜਾਬ ਜਿਹੜਾ ਆਪਾਂ ਦੇਖਿਆ ਕਿ ਕਈ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਧਿਰਾਂ ਆਈਆਂ, ਉਸ ਤੋਂ ਬਾਅਦ 'ਚੋਂ ਹੋਰ ਵੀ ਬੜੀਆਂ ਪਾਰਟੀਆਂ ਬਣੀਆਂ, ਭਾਵੇਂ ਉਹ ਬਸਪਾ ਹੋਵੇ, ਭਾਵੇਂ ਅਕਾਲੀ ਦਲ 'ਚੋਂ ਕਈ ਅਕਾਲੀ ਦਲ ਨਿਕਲੇ, ਕਾਂਗਰਸ ਦੇ ਨਾਲੋਂ ਵੀ ਕਈ ਤੋੜ ਵਿਛੋੜੇ ਕਰ ਗਏ। ਇਹ ਸਭ ਦਲ ਬਦਲੂ ਕਈ ਬਣ ਗਏ, ਕਈਆਂ ਨੇ ਆਪਣੀਆਂ ਪਾਰਟੀਆਂ ਖੜੀਆਂ ਕਰ ਗਈਆਂ, ਕੋਈ ਕਾਂਗਰਸ ਤੋਂ ਅਕਾਲੀ ਦਲ, ਕੋਈ ਅਕਾਲੀ ਦਲ ਤੋਂ ਕਾਂਗਰਸ। ਸਵਾਲ ਉਹੀ ਕਿ ਲੋਕਾਂ ਨੇ ਕੀ ਖੱਟਿਆ? ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਦੋਂ ਪੰਜਾਬ ਹੋਂਦ ਵਿੱਚ ਆਇਆ ਤਾਂ ਇਹਨਾਂ ਪਾਰਟੀਆਂ ਨੇ ਕੀ ਕੁਝ ਕੀਤਾ ਜਿਹੜਾ ਲੋਕ ਕਈ ਵਾਰੀ ਭਰਮਾਏ ਵੀ ਜਾਂਦੇ ਨੇ ਤੇ ਉਹ ਭਰਮਾਏ ਵੀ ਗਏ। ਸੁਖਵਿੰਦਰ ਜੀ, ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਇਸ ਲਈ ਕਿ ਸੱਚਮੁੱਚ ਬੜੀ ਦੇਰ ਤੋਂ ਨਾ ਮਨ ਦੇ ਵਿੱਚ ਇਹ ਇੱਕ ਉਹ ਸੀਗੀ, ਬਹੁਤ ਦੇਰ ਤੋਂ ਖਾਹਿਸ਼ ਕਿ ਕਦੇ ਨਾ ਇਹਨਾਂ ਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਜਾਵੇ। ਮੇਰਾ ਬੜਾ ਮਨ ਭਾਉਂਦਾ ਵਿਸ਼ਾ ਹੈ, ਮਤਲਬ ਬੜਾ ਕੁਛ ਸੀ ਅੰਦਰ ਕਹਿਣ ਨੂੰ। ਆਪਾਂ ਜਦੋਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਅਤੇ ਹੁਣ ਤੱਕ ਦਾ ਸਫ਼ਰ ਵੇਖਦੇ ਹਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀਆਂ ਚੋਣ ਮੈਨੀਫੈਸਟੋ ਦੇ ਵਿੱਚ, ਰੈਲੀਆਂ ਦੇ ਵਿੱਚ, ਉਹਨਾਂ ਦੇ ਆਪਣੇ ਜਿਹੜੇ ਵੀ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਜ਼ਿਕਰ ਕਰਦੇ ਆ ਕਿ ਉਹਨਾਂ ਨੇ ਪੰਜਾਬ ਨੂੰ ਕੀ ਦਿੱਤਾ। ਅਤੇ ਲੋਕੀ ਜਿਹੜੇ ਆ ਉਹ ਰੈਲੀਆਂ 'ਚ ਸੁਣ ਕੇ, ਨਾਅਰੇ ਲਾ ਕੇ, ਬੱਸਾਂ 'ਚ ਬਹਿ ਕੇ, ਲੰਗਰ ਛਕ ਕੇ, ਸ਼ਾਮ ਨੂੰ ਪੈਗ ਲਾ ਕੇ ਘਰੀਂ ਚਲੇ ਜਾਂਦੇ ਆ ਅਤੇ ਲੀਡਰ ਫਿਰ ਆਪਣੀਆਂ ਸਰਕਾਰਾਂ ਬਣਾਉਣ ਦੇ ਸੁਪਨੇ ਜਿਹੜੇ ਆ ਉਹ ਲੈਣ ਲੱਗ ਪੈਂਦੇ ਆ। ਇੱਥੇ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਪੰਜਾਬ ਸਾਡੇ ਗੁਰੂਆਂ ਦੀ ਧਰਤੀ ਹੈ। ਗੁਰੂ ਨਾਨਕ ਸਾਹਿਬ ਦੀ ਅਸੀਂ ਫਿਲਾਸਫੀ ਦੀ ਜਦੋਂ ਗੱਲ ਕਰਦੇ ਹਾਂ, ਵੰਡ ਛਕਣ ਦੀ ਗੱਲ ਕਰਦੇ ਹਾਂ, ਗਰੀਬ ਦੇ ਨਾਲ ਖੜਨ ਦੀ ਗੱਲ ਕਰਦੇ ਹਾਂ, ਨਾਮ ਦੀ ਗੱਲ ਕਰਦੇ ਹਾਂ, ਕਿਰਤ ਦੀ ਗੱਲ ਕਰਦੇ ਹਾਂ, ਅਤੇ ਇਸ ਸਮੇਂ ਦੇ ਦੌਰਾਨ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਾਇਬ ਹੁੰਦੀਆਂ ਜਾ ਰਹੀਆਂ ਨੇ। ਪੰਜਾਬ ਦੀ ਮਿਹਨਤ ਦਾ ਜਿਹੜਾ ਸਿੱਟਾ ਸੀ, ਉਹ ਦੇਸ਼ ਨੂੰ ਅਸੀਂ ਆਜ਼ਾਦੀ ਤੋਂ ਬਾਅਦ ਅੰਨ ਦੇ ਵਿੱਚ ਆਤਮ ਨਿਰਭਰ ਬਣਾਇਆ ਪੰਜਾਬ ਨੇ। ਕੇਂਦਰ ਸਰਕਾਰ ਵਿੱਚ ਮੋਦੀ ਜੀ ਅੱਜ ਕੱਲ੍ਹ ਗੱਲ ਕਰ ਰਹੇ ਨੇ ਆਤਮ ਨਿਰਭਰ ਹੋਣ ਦੀ। ਪੰਜਾਬ ਨੇ ਮਾਡਲ ਦਿੱਤਾ ਸੀ ਹਰੀ ਕ੍ਰਾਂਤੀ ਦੇ ਵਿੱਚ ਆਤਮ ਨਿਰਭਰ ਹੋਣ ਦਾ। ਦੇਸ਼ ਨੂੰ ਅਸੀਂ ਉਸ ਵੇਲੇ ਬਾਹਰੋਂ ਕਣਕ ਮੰਗਾਉਣ ਤੋਂ ਜਿਹੜਾ ਉਹ ਬਚਾ ਲਿਆ, ਅਸੀਂ ਆਪਣੀ ਕਣਕ ਪੈਦਾ ਕਰਕੇ ਆਤਮ ਨਿਰਭਰ ਹੋਏ। ਔਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੱਕ ਜੇ ਆਈਏ ਅਸੀਂ, ਅਤੇ ਮਜ਼ਲੂਮਾਂ ਦੇ ਨਾਲ ਖੜ੍ਹਨਾ, ਹੱਕ ਦੀ ਆਵਾਜ਼, ਸੱਚ ਦੀ ਆਵਾਜ਼, ਇਹ ਸਾਡੇ ਕੋਲ ਕਨਸੈਪਟ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਦੇਖੋ ਕੁਰਬਾਨੀ ਦਿੱਤੀ। ਜਿਨ੍ਹਾਂ ਲੋਕਾਂ 'ਤੇ ਅਤਿਆਚਾਰ ਹੋ ਰਿਹਾ ਸੀ ਉਹਨਾਂ ਦੇ ਨਾਲ ਖੜ੍ਹੇ ਮਨੁੱਖਤਾ ਵਾਸਤੇ। ਲੇਕਿਨ ਜਦੋਂ ਅਸੀਂ 47 ਤੋਂ ਲੈ ਕੇ ਅੱਜ ਤੱਕ ਨੂੰ ਵਿਚਾਰਦੇ ਹਾਂ ਸਿਆਸੀ ਪਾਰਟੀਆਂ ਦੇ ਇਸ ਨੂੰ, ਤਾਂ ਬਹੁਤ ਕੁਝ ਲੱਗਦਾ ਹੈ ਕਿ ਗਾਇਬ ਹੋ ਗਿਆ। ਇਹਨਾਂ ਸਾਡੇ ਜਿਹੜੇ ਗੁਰੂਆਂ ਪੀਰਾਂ ਨੇ ਸਾਨੂੰ ਜਿਹੜੇ ਸੰਕਲਪ ਦਿੱਤੇ ਹੈ, ਉਹਦੇ ਵਿੱਚ ਮੈਂ ਸਮਝਦਾ ਕਿ
ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੀਆਂ ਨੇ ਵੀ ਉਹੀ ਕੁਝ ਏਜੰਡਾ ਅਪਣਾਇਆ ਜੋ ਰਾਜਨੀਤਿਕ ਪਾਰਟੀਆਂ ਦੂਸਰੀਆਂ ਕਰਦੀਆਂ ਰਹੀਆਂ। ਭਾਵ ਕਿ ਲੋਕਾਂ ਨੂੰ ਮਨ ਲੁਭਾਉਣੇ ਜਿਹੜੇ ਆ ਉਹ ਵਾਅਦੇ ਕਰੋ, ਉਹਨਾਂ ਨੂੰ ਸੁਪਨੇ ਵਿਖਾਓ, ਜਦੋਂ ਸਰਕਾਰਾਂ ਬਣ ਜਾਣ ਫਿਰ ਭੁੱਲ ਜਾਓ। ਆਪਾਂ ਵੇਖਦੇ ਹਾਂ, ਸਾਡੇ ਜਿਹੜੇ ਦਰਸ਼ਕ ਹੈ ਉਹ ਸਾਰੇ ਜਾਣਦੇ ਆ ਕਿ ਜਦੋਂ ਇਲੈਕਸ਼ਨਾਂ ਆਉਣੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਸਾਰੇ ਲੀਡਰ ਤੁਹਾਨੂੰ ਜਿਹੜੇ ਆ ਨਾ ਉਹ ਗਲੀਆਂ 'ਚ, ਬਾਜ਼ਾਰਾਂ 'ਚ, ਮੁਹੱਲਿਆਂ 'ਚ ਰੈਲੀਆਂ ਕਰਦੇ ਮਿਲਦੇ ਆ। ਉਹ ਲੀਡਰ ਜਿਹੜੇ ਬਾਅਦ ਦੇ ਵਿੱਚ ਸਾਡੇ MLA ਬਣਦੇ ਆ, ਮੰਤਰੀ ਸਾਹਿਬਾਨ ਬਣਦੇ ਆ, ਬੜੇ ਰੁਤਬਾ ਅੱਛਾ ਲੋਕੀ ਦਿੰਦੇ ਆ ਉਹਨਾਂ ਨੂੰ, ਉਹ ਲੋਕ ਤੁਹਾਡੇ ਘਰਾਂ 'ਚ ਆਉਂਦੇ ਆ, ਸਾਡੇ ਹੱਥ ਜੋੜਦੇ ਆ, ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਆ, ਨੌਜਵਾਨਾਂ ਨੂੰ ਜੱਫੀਆਂ ਪਾਉਂਦੇ ਆ, ਮਾਤਾਵਾਂ ਦੇ ਅੱਗੇ ਝੁਕ ਝੁਕ ਕੇ ਸਲਾਮ ਕਰਦੇ ਆ। ਲੇਕਿਨ ਜਦੋਂ ਉਹ MLA ਬਣ ਜਾਂਦੇ ਆ, ਮੰਤਰੀ ਬਣ ਜਾਂਦੇ ਆ, ਉਹ ਲੋਕ ਉਹਨਾਂ ਨੂੰ ਮਿਲਣ ਵਾਸਤੇ ਇਹਨਾਂ ਦੇ ਦਫ਼ਤਰਾਂ ਦੇ ਬਾਹਰ ਚੱਕਰ ਲਾਉਂਦੇ ਰਹਿੰਦੇ ਆ। ਔਰ ਇਹਨਾਂ ਦਾ ਜਿਹੜਾ ਅਮਲਾ ਫੈਲਾ ਉਹ ਉਹਨਾਂ ਨੂੰ ਇਹ ਕਹਿੰਦਾ ਰਹਿੰਦਾ ਕਿ MLA ਸਾਹਿਬ ਮੰਤਰੀ ਨਾਲ ਮੀਟਿੰਗ 'ਚ ਨੇ, ਮੰਤਰੀ ਜੀ ਮੀਟਿੰਗ 'ਚ ਨੇ, ਜ਼ਰੂਰੀ ਫੋਨ 'ਤੇ ਗੱਲ ਕਰ ਰਹੇ ਆ। ਇਹ ਲੋਕ ਬਾਅਦ ਦੇ ਵਿੱਚ ਪੱਲਾ ਨਹੀਂ ਫੜਾਉਂਦੇ, ਭਾਵੇਂ ਜਿੰਨਾ ਮਰਜ਼ੀ ਕਹਿ ਲੈਣ ਕਿ ਅਸੀਂ ਤਾਂ ਜੀ ਲੋਕਾਂ 'ਚ ਵਿਚਰਦੇ ਹਾਂ, ਅਸੀਂ ਤਾਂ ਲੋਕਾਂ ਦੇ ਨਾਲ ਰਹਿੰਦੇ ਹਾਂ, ਪਰ ਜੋ ਕੁਝ ਹੋ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਲੀਡਰ ਬਣਨ ਤੋਂ ਬਾਅਦ ਕੀ ਕਰਦਾ। ਦੂਸਰੀ ਗੱਲ ਇਹ ਰਹੀ ਕਿ ਪੰਜਾਬ ਦੇ ਜਿਹੜੇ ਹਿੱਤ ਨੇ, ਪੰਜਾਬ ਕੀ ਚਾਹੁੰਦਾ, ਮਿਹਨਤੀ ਲੋਕ ਨੇ ਸਾਡੇ, ਔਰ ਪੰਜਾਬ ਦੀ ਸਭ ਤੋਂ ਵੱਡੀ ਸਟਰੈਂਥ ਹੈ, ਜਿਹੜੀ ਸ਼ਕਤੀ ਹੈ ਸਾਡੇ ਕੋਲੇ ਇਸ ਧਰਤੀ 'ਤੇ। ਦੁਨੀਆ ਦੇ ਤੁਸੀਂ ਸੁਖਵਿੰਦਰ ਜੀ ਕਿਸੇ ਖਿੱਤੇ 'ਤੇ ਨਿਗਾਹ ਮਾਰ ਲਓ, ਕਿਸੇ ਵੀ ਖਿੱਤੇ 'ਤੇ ਤੁਹਾਨੂੰ ਪੰਜਾਬ ਵਰਗਾ ਇਲਾਕਾ ਨਹੀਂ ਲੱਭਣਾ। ਭੁਚਾਲ ਇੱਥੇ ਨਹੀਂ ਕਦੇ ਆਇਆ, ਸੋਕਾ ਕਦੇ ਇੱਥੇ ਇੰਨਾ ਨਹੀਂ ਪਿਆ ਬੰਗਾਲ ਵਰਗਾ, ਕਦੇ ਇੱਥੇ ਤਬਾਹੀ ਲਿਆਉਣ ਵਾਲੇ ਹੜ੍ਹ ਜਿਹੜੇ ਨੇ ਭਾਵੇਂ ਆਉਂਦੇ ਆ ਕਦੇ ਕਦੇ, ਪਰ ਇਸ ਤਰ੍ਹਾਂ ਨਹੀਂ ਕਿ ਸਾਰਾ ਪੰਜਾਬ ਹੀ ਜਿਹੜਾ ਉਹ ਰੁੜ ਗਿਆ ਹੋਵੇ। ਇਸ ਤਰ੍ਹਾਂ ਦਾ ਕਦੇ ਕੋਈ ਸਮੱਸਿਆ ਨਹੀਂ ਆਈ। ਭੁਚਾਲ ਵੀ ਕਦੇ ਕਦੇ ਆਉਂਦੇ ਪਰ ਉਹ ਨਹੀਂ ਕੋਈ ਵੱਡੇ ਪੱਧਰ ਵਾਲਾ ਭੁਚਾਲ ਜਿਹੜਾ ਪੰਜਾਬ 'ਚ ਆਇਆ, ਅੱਜ ਤੱਕ ਦਾ ਇਤਿਹਾਸ ਹੈ ਕਿ ਇਸ ਧਰਤੀ 'ਤੇ ਕਦੇ ਕੋਈ ਬਿਲਡਿੰਗ ਡਿੱਗੀ ਨਹੀਂ, ਕੋਈ ਇਤਿਹਾਸ ਨਹੀਂ ਇਸ ਤਰ੍ਹਾਂ ਦਾ ਹੈਗਾ। ਸੋ ਸਵਰਗ ਵਰਗੀ ਧਰਤੀ ਹੈ। ਅਤੇ ਇੱਥੋਂ ਦੇ ਲੋਕਾਂ ਮਿੱਟੀ ਕਿੰਨੀ ਜ਼ਰਖੇਜ਼ ਹੈ ਸਾਡੀ, ਪਾਣੀ ਸਾਡੇ ਕੋਲ ਆ, ਮਿਹਨਤੀ ਲੋਕ ਨੇ ਸਾਡੇ, ਇਹ ਸਾਡੀ ਸਟਰੈਂਥ ਸੀ ਖੇਤੀਬਾੜੀ। ਲੇਕਿਨ ਅਸੀਂ ਸਾਡੀਆਂ ਭਾਵੇਂ ਪੋਲੀਟੀਕਲ ਪਾਰਟੀਆਂ ਗੱਲਾਂ ਕਰਦੀਆਂ ਨੇ ਜੀ ਕੇਂਦਰ ਕਰਕੇ ਇੰਨਾ ਕੁਝ ਹੋ ਗਿਆ, ਪੰਜਾਬ ਦੀ ਖੇਤੀਬਾੜੀ ਖਤਮ ਹੋ ਰਹੀ ਹੈ। ਠੀਕ ਹੈ, ਉਹ ਵੀ ਗੱਲ ਠੀਕ ਹੈ ਕਿ ਉੱਥੇ ਵੀ ਪਾਰਟੀਆਂ ਜਿਹੜੀਆਂ ਨੇ ਉਹ ਜਦੋਂ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਨੇ ਇਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਦੀਆਂ, ਪਰ ਸਾਡੀਆਂ ਪਾਰਟੀਆਂ ਉਹਦੇ ਲਈ ਜ਼ਿਆਦਾ ਜ਼ਿੰਮੇਵਾਰ ਨੇ, ਕਿਉਂਕਿ ਇਹਨਾਂ ਪਾਰਟੀਆਂ ਦੀ ਕੇਂਦਰ ਵਿੱਚ ਕਾਂਗਰਸ ਦੀ ਵੀ ਸਰਕਾਰ ਰਹੀ ਹੈ, ਕੇਂਦਰ ਵਿੱਚ ਜਿਹੜੀ ਹੈ ਉਹ ਅਕਾਲੀਆਂ ਦੀ, ਭਾਈਵਾਲ BJP ਵੀ ਰਹੀ ਹੈ, ਸਾਂਝਾ ਫਰੰਟ ਵੀ ਰਿਹਾ, ਨੈਸ਼ਨਲ ਫਰੰਟ ਵੀ ਰਿਹਾ। ਠੀਕ ਹੈ ਨਾ। ਸੋ ਇਹ ਨਹੀਂ ਕਹਿ ਸਕਦੇ ਕਿ ਪਾਰਟੀਆਂ ਦੂਸਰਿਆਂ ਨੂੰ ਕਹਿਣ ਜੀ ਉਹਨਾਂ ਕਰਕੇ ਨਹੀਂ ਹੋਇਆ। ਹਮੇਸ਼ਾ ਇਹ ਦੇਖਦੇ ਰਹੇ ਹਾਂ ਕਿ ਇੱਕ ਪਾਰਟੀ ਜਿਹੜੀ ਸੱਤਾ 'ਚ ਆਉਂਦੀ ਹੈ ਉਹ ਇਹੀ ਕਹਿੰਦੀ ਹੈ ਕਿ ਜੀ ਫਲਾਣੀ ਪਾਰਟੀ ਕਰਕੇ ਪੰਜਾਬ ਦਾ ਨੁਕਸਾਨ ਹੋਇਆ। ਕਾਂਗਰਸ ਆਏਗੀ ਤਾਂ ਕਿ ਅਕਾਲੀਆਂ ਨੇ ਕਰਤਾ, ਅਕਾਲੀ ਸੀਟ 'ਤੇ ਬਹਿ ਕੇ ਆ ਗਏ ਤਾਂ ਕਹਿਣਗੇ ਜੀ ਇਹ ਕਾਂਗਰਸ ਕਰ ਗਈ। ਸੋ ਇਹ ਗੱਲ ਨਹੀਂ, ਸਾਨੂੰ ਮਤਲਬ ਅਸੀਂ ਆਮ ਲੋਕ ਹਾਂ, ਵੋਟਰ ਹਾਂ, ਤੁਸੀਂ ਹੋ, ਮੈਂ ਹਾਂ। ਸਾਨੂੰ ਤਾਂ ਮਤਲਬ ਹੈ ਕਿ ਸਾਡੇ ਪੰਜਾਬ ਦਾ ਵਿਕਾਸ ਹੋਵੇ, ਅਤੇ ਵਿਕਾਸ ਤਾਂ ਹੋ ਸਕਦਾ ਜੇ ਇੱਕ ਸੋਚੀ ਸਮਝੀ ਰਣਨੀਤੀ ਨਾਲ ਤੁਸੀਂ ਚੱਲੋਗੇ। ਜੇ ਤੁਸੀਂ ਇਹ ਸੋਚੋਗੇ ਕਿ ਅਸੀਂ 5 ਸਾਲ ਤਾਂ ਪਹਿਲਾਂ ਆਉਣਾ, ਫਿਰ ਅਗਲੇ ਸਾਲ ਅਸੀਂ ਕਿਵੇਂ ਆਉਣਾ, ਅਤੇ ਤੁਸੀਂ ਜਦੋਂ ਇਲੈਕਸ਼ਨਾਂ ਨੇੜੇ ਆਉਣ ਅਤੇ ਫਿਰ ਤੁਹਾਨੂੰ ਵਾਅਦੇ ਜਿਹੜੇ ਉਹ ਪਗਾਉਣੇ ਆ ਜਾਣ, ਤੁਸੀਂ ਰਾਸ਼ਨ ਸਕੀਮਾਂ ਵੀ ਸ਼ੁਰੂ ਕਰ ਦਿਓ, ਤੁਸੀਂ ਸਮਾਰਟਫੋਨ ਵੀ ਦੇਣੇ ਸ਼ੁਰੂ ਕਰ ਦਿਓ, ਤੁਸੀਂ ਨੀਂਹ ਪੱਥਰ ਰੱਖਣੇ ਸ਼ੁਰੂ ਕਰ ਦਿਓ, ਤੁਸੀਂ ਲੋਕਾਂ ਦੇ ਘਰੇ ਵੀ ਜਾਣਾ ਸ਼ੁਰੂ ਕਰ ਦਿਓ। ਸਾਡੀ ਖੇਤੀ ਦੀ ਜਿਹੜੀ ਸਭ ਤੋਂ ਵੱਡੀ ਸਟਰੈਂਥ ਹੈ, ਸ਼ਕਤੀ ਹੈ, ਸਾਨੂੰ ਉਹਦੇ ਤੋਂ ਵਿਹੂਣਾ ਕਰ ਦਿੱਤਾ ਗਿਆ। ਜੀ ਵੜੈਚ ਸਾਹਿਬ, ਗੱਲ ਅਸੀਂ ਉਹੀ ਕਰ ਰਹੇ ਹਾਂ। ਮੈਂ ਫਿਰ ਉਸੇ ਸਵਾਲ 'ਤੇ ਆਉਣਾ ਕਿ ਜਦੋਂ ਪੰਜਾਬ ਵੰਡਿਆ ਜਾਂਦਾ, ਜਦੋਂ ਪੰਜਾਬ ਦੀ ਵੰਡ ਹੁੰਦੀ ਹੈ, ਵੱਖ-ਵੱਖ ਹਰਿਆਣਾ ਆਪਣੇ ਪਾਸੇ ਚਲਾ ਗਿਆ, ਹਿਮਾਚਲ ਆਪਣੇ ਪਾਸੇ ਚਲਾ ਗਿਆ, ਉਸ ਵੇਲੇ ਵੀ ਪੰਜਾਬ ਦੇ ਵਿੱਚ ਪਾਰਟੀਆਂ ਸੀਗੀਆਂ, ਕਿਤੇ ਨਾ ਕਿਤੇ ਇਹਨਾਂ ਦਾ ਆਧਾਰ ਜਿਹੜਾ ਅਕਾਲੀ ਦਲ ਦਾ ਆਧਾਰ ਸੀਗਾ, ਲੋਕਾਂ ਦੇ ਨਾਲ ਉਦੋਂ ਵੀ ਵਾਅਦੇ ਹੁੰਦੇ ਸੀ। ਹਾਲਾਂਕਿ ਗੱਲ ਇਹ ਹੈ ਕਿ ਉਦੋਂ ਸੋਸ਼ਲ ਮੀਡੀਆ ਇੰਨਾ ਨਹੀਂ ਸੀ, ਉਦੋਂ ਸੋਸ਼ਲ ਮੀਡੀਆ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਹੁੰਦਾ। ਅੱਜ ਤਾਂ ਮਾੜੀ ਜਿਹੀ ਗੱਲ ਇਹਨਾਂ ਦੇ ਮੂੰਹ 'ਚੋਂ ਨਿਕਲਦੀ ਹੈ ਅਤੇ ਅਗਲੇ ਦੇ ਘਰ ਤੱਕ, ਕੰਨਾਂ ਤੱਕ ਪਹਿਲਾਂ ਪਹੁੰਚ ਜਾਂਦੀ ਹੈ, ਲੋਕਾਂ ਨੂੰ ਜਵਾਬ ਦੇਣਾ ਪੈਂਦਾ। ਉਦੋਂ ਜਵਾਬ ਦੇ ਨਹੀਂ ਸੀ। ਉਦੋਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਕਿਵੇਂ ਵਿਚਰਦਾ ਸੀ ਲੋਕਾਂ ਦੇ ਵਿੱਚ, ਲੋਕ ਕਿਵੇਂ ਭਰਮਾਏ ਜਾਂਦੇ ਸੀ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੀਡੀਆ ਨੇ ਬੜਾ ਵੱਡਾ ਰੋਲ ਅਦਾ ਕੀਤਾ ਹੈ, ਕਰ ਵੀ ਰਿਹਾ। ਹੁਣ ਆਉਣ ਵਾਲੇ ਸਮੇਂ ਵਿੱਚ ਇਹਨੇ ਹੋਰ ਆਪਣੇ ਨਵੇਂ ਪਸਾਰ ਇਹਦੇ ਜਿਹੜੇ ਤੁਹਾਡੇ ਸਾਹਮਣੇ ਆਉਣਗੇ। ਉਸ ਵਕਤ ਤੇ ਪਿੰਡਾਂ ਵਿੱਚ ਤੇ ਅਖਬਾਰਾਂ ਜਾਂਦੀਆਂ ਨਹੀਂ ਸੀ,
ਸਿਰਫ ਉਸ ਵਕਤ ਰੇਡੀਓ ਸੀ, ਰੇਡੀਓ ਨਾਲ ਪਹੁੰਚਦੇ ਸੀ ਲੋਕੀ, ਜਾਂ ਫਿਰ ਸਿੱਧੀ ਪਹੁੰਚ ਸੀਗੀ ਤੇ ਰੈਲੀਆਂ ਦੇ ਵਿੱਚ ਜਾਣਾ, ਜਾਂ ਫਿਰ ਜਿਹੜੇ ਧਾਰਮਿਕ ਸਮਾਗਮ ਹੋਣੇ। ਤੁਹਾਨੂੰ ਯਾਦ ਹੈ ਕਿ ਸਾਡੇ ਜਿੰਨੇ ਵੀ ਜਿਵੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਜੋੜ ਮੇਲਾ ਲੱਗਦਾ ਹੈ, ਜਗਰਾਉਂ ਦੇ ਵਿੱਚ ਲੱਗਦਾ ਹੈ, ਇਸੇ ਤਰ੍ਹਾਂ ਮੁਕਤਸਰ ਸਾਹਿਬ ਦੇ ਵਿੱਚ ਲੱਗਦਾ ਲੋਹੜੀ ਦੇ ਵੇਲੇ। ਸੋ ਉਹਨਾਂ ਸਮਾਗਮਾਂ ਦੇ ਉੱਤੇ ਲੋਕਾਂ ਦੀ ਭੀੜ ਇਕੱਠੀ ਕਰਦੇ ਸੀ, ਆਪਣੀ ਗੱਲ ਉੱਥੇ ਕਰਦੇ ਸੀ। ਜਾਂ ਫਿਰ ਸਰਕਾਰਾਂ ਜਿਹੜੀਆਂ ਸੀ, ਜਿਹੜੀ ਸਰਕਾਰ ਦੇ ਪਾਰਟੀ ਦੀ ਸਰਕਾਰ ਹੁੰਦੀ ਸੀ, ਉਹ ਲੋਕ ਸੰਪਰਕ ਵਿਭਾਗ ਦਾ ਇੱਕ ਬਹੁਤ ਵਧੀਆ ਉਪਰਾਲਾ ਹੁੰਦਾ ਸੀ ਉਸ ਵਕਤ। ਸਾਡਾ ਪੰਜਾਬ ਨਾਂ ਦਾ ਇੱਕ ਪਰਚਾ ਕੱਢਦੇ ਸੀ, ਪਿੰਡਾਂ ਦੀਆਂ ਗਲੀਆਂ ਤੇ ਲੱਗਦੇ, ਸਰਕਾਰਾਂ ਇੰਝ ਪਹੁੰਚਦੀਆਂ ਸੀ, ਪਾਰਟੀਆਂ ਜਿਹੜੀਆਂ ਪਹੁੰਚਦੀਆਂ ਸੀ। ਉਸ ਵਕਤ ਲੋਕਾਂ ਦੇ ਵਿੱਚ ਰਾਜਨੀਤਿਕ ਜਾਗਰੂਕਤਾ ਨਹੀਂ ਸੀ, ਇਸ ਕਰਕੇ ਉਦੋਂ ਚੱਲਦਾ ਆਇਆ ਕੰਮ। ਅਤੇ ਲੋਕੀ ਕਿਉਂਕਿ ਖੇਤੀ ਬਹੁਤ ਵਧੀਆ ਹੁੰਦੀ ਸੀ, ਜ਼ਮੀਨਾਂ ਵੱਧ ਸੀ, ਮਿਹਨਤ ਕਰਦੇ ਸੀ ਲੋਕੀ, ਫਸਲ ਕੱਢਦੇ ਸੀ, ਮੰਡੀ 'ਚ ਸੁੱਟਦੇ ਸੀ, ਆਪਣਾ ਆੜ੍ਹਤੀ ਕੋਲੋਂ ਲੈ ਕੇ ਵਿਆਹ ਸ਼ਾਦੀ ਕੀਤੀ, ਘਰ ਬਣਾਇਆ, ਫਿਰ ਖੇਤੀ ਸ਼ੁਰੂ ਕਰਤੀ। ਲੋਕੀ ਜਾਗਰੂਕ ਹੀ ਨਹੀਂ ਸੀ ਹੈਗੇ ਉਦੋਂ। ਇਹ ਤਾਂ ਹੁਣ ਪਿਛਲੇ 20 ਕੁ ਸਾਲਾਂ ਤੋਂ ਅਸੀਂ ਕਹਿ ਸਕਦੇ ਹਾਂ ਪੜ੍ਹਾਈ ਦਾ ਆਲਮ ਸਾਡੇ ਸਾਹਮਣੇ ਆਇਆ, ਮੀਡੀਆ ਆਇਆ, ਲੋਕੀ ਘਰਾਂ ਤੋਂ ਬਾਹਰ ਨਿਕਲੇ ਨੇ, ਐਕਸਪੋਜ਼ਰ ਜਿਹਨੂੰ ਕਹਿੰਦੇ ਆ, ਕਿ ਸਾਨੂੰ ਪਤਾ ਲੱਗਿਆ ਹੈ ਕਿ ਫਿਰਨੀ ਤੋਂ ਬਾਹਰ ਵੀ ਯਾਰ ਪੰਜਾਬ ਹੈਗਾ। ਸਾਡੇ ਲੋਕ ਤਾਂ ਪਿੰਡਾਂ ਦੀਆਂ ਫਿਰਨੀਆਂ ਤੱਕ ਹੀ ਸੀਮਤ ਹੋ ਗਏ ਸੀ, ਇਹਨਾਂ ਨੂੰ ਸੀਮਤ ਪਿੰਡਾਂ ਤੱਕ ਹੀ ਕਰ ਦਿੱਤਾ ਗਿਆ ਸੀ, ਲੋਕੀ ਬਾਹਰ ਨਿਕਲਦੇ ਨਹੀਂ ਸੀ ਹੈਗੇ। ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਜਾਂ ਇਸ ਵਕਤ ਸਮਾਂ ਹੈ, ਲੋਕਾਂ 'ਚ ਜਾਗਰੂਕਤਾ ਤਾਂ ਆਈ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਜਾਗਰੂਕਤਾ ਆਉਣੀ ਚਾਹੀਦੀ ਸੀ ਨਾ ਇਸ ਵਕਤ, ਦੇਖੋ ਤੁਹਾਡੇ ਬੱਚੇ ਪੜ੍ਹ ਲਿਖ ਕੇ ਨੇ, ਤੁਸੀਂ ਆਰਥਿਕ ਤੌਰ 'ਤੇ ਸਾਡਾ ਲੋਕੀ ਬਹੁਤ ਵਧੀਆ ਹੈਗੇ ਨੇ, ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਕਿ ਜਿਹੜਾ ਰਾਤ ਨੂੰ ਭੁੱਖਾ ਸੌਂਦਾ ਹੋਵੇ। ਰਾਜਨੀਤਿਕ ਤੌਰ 'ਤੇ ਲੋਕੀ ਸੁਚੇਤ ਹੋ ਚੁੱਕੇ ਆ, ਅਖਬਾਰਾਂ ਆ ਰਹੀਆਂ ਨੇ, ਟੀਵੀ ਤੁਹਾਡੇ ਕੋਲੇ ਆ, ਰੇਡੀਓ ਤੁਹਾਡੇ ਕੋਲੇ ਆ, ਮੈਗਜ਼ੀਨ ਨੇ, ਟੈਲੀਫੋਨ 'ਤੇ ਲੋਕੀ ਇੱਕ ਦੂਜੇ ਨਾਲ ਜੁੜੇ ਹੋਏ ਆ। ਸੋ ਇਸ ਵਕਤ ਮੈਨੂੰ ਲੱਗਦਾ ਕਿ ਸਥਿਤੀ ਉਸ ਨਾਲੋਂ ਜ਼ਿਆਦਾ ਖਤਰਨਾਕ ਹੋਣ ਜਾ ਰਹੀ ਹੈ। ਉਹ ਕਿਵੇਂ? ਲੀਡਰਾਂ ਨੇ ਜਿਹੜੇ ਫਾਰਮੂਲੇ ਬਣਾ ਲਏ ਹੋਏ ਆ ਕਿ ਲੋਕਾਂ ਨੂੰ ਵੰਡੋ ਔਰ ਫਿਰ ਰਾਜ ਕਰੋ, ਅਤੇ ਰਾਜ ਕਰਨ ਵੇਲੇ ਨਾਲੇ ਲੁੱਟੋ ਨਾਲੇ ਕੁੱਟੋ। ਹੁਣ ਤੁਸੀਂ ਦੇਖੋ ਕਿ ਪਿਛਲੇ ਸਮਿਆਂ ਦੇ ਦੌਰਾਨ ਜੇ ਪੰਜਾਬ ਦਾ ਇਤਿਹਾਸ ਵੇਖੀਏ ਆਪਾਂ 47 ਤੋਂ ਬਾਅਦ, ਵੀ ਪਹਿਲਾਂ ਅਸੀਂ ਭੁਗਤੇ ਪੰਜਾਬੀ ਸੂਬੇ ਲਈ, ਔਰ ਪੰਜਾਬੀ ਸੂਬਾ ਬਣਿਆ ਅਤੇ ਫਿਰ ਸਾਡੇ ਕੋਲੇ ਪਾਣੀਆਂ ਦਾ ਅਤੇ ਇਲਾਕਿਆਂ ਦੀ ਸਮੱਸਿਆ ਆ ਗਈ। ਉਸ ਤੋਂ ਬਾਅਦ ਨਾਲ ਦੀ ਨਾਲ ਸਾਡੇ ਕੋਲੇ ਨੈਕਸਲਾਈਟ ਮੂਵਮੈਂਟ ਆ ਗਈ। ਨੈਕਸਲਾਈਟ ਮੂਵਮੈਂਟ ਤੋਂ ਥੋੜ੍ਹਾ ਜਿਹਾ ਅਸੀਂ ਜਿਹੜਾ ਉਹ ਸੰਭਲੇ, ਅਤੇ ਨਾਲ ਦੀ ਨਾਲ ਸਾਡੇ ਕੋਲੇ ਅੱਤਵਾਦ ਸ਼ੁਰੂ ਹੋ ਗਿਆ। ਅਸੀਂ ਉਹ ਲੰਮਾ ਸਮਾਂ ਜਿਹੜਾ ਭੁਗਤਿਆ। ਇਹਦੇ ਨਾਲ ਦੀ ਨਾਲ ਸਾਡੇ ਕੋਲੇ ਕੈਂਸਰ ਆ ਗਈ, ਸਾਡਾ ਪਾਣੀ ਥੱਲੇ ਚਲਿਆ ਗਿਆ, ਸਾਡੇ ਨੌਜਵਾਨ ਜਿਹੜੇ ਆ ਉਹ ਹਤਾਸ਼ ਹੋ ਕੇ ਜ਼ਮੀਨਾਂ ਵੇਚ ਕੇ, ਕਰਜ਼ੇ ਲੈ ਕੇ, ਕਿਉਂਕਿ ਰੁਜ਼ਗਾਰ ਦੇ ਮੌਕੇ ਘਟਣੇ ਸ਼ੁਰੂ ਹੋ ਗਏ ਆ, ਖੇਤੀ ਦੇ ਵਿੱਚ ਖੜੋਤ ਆ ਗਈ ਹੋਈ ਹੈ, ਕਰਜ਼ੇ ਸਿਰਾਂ 'ਤੇ ਚੜ੍ਹ ਗਿਆ, ਸਾਡੀ ਜਵਾਨੀ ਬਾਹਰ ਜਾਣੀ ਸ਼ੁਰੂ ਹੋ ਗਈ ਹੈ। ਇਹ ਸਥਿਤੀ ਅੱਜ ਦੀ ਹੈ। ਔਰ ਪਿਛਲੇ ਤੁਸੀਂ 10-15 ਸਾਲਾਂ ਦੇ ਵੇਖੋ ਕਿ ਕਦੇ ਇਸ ਤਰ੍ਹਾਂ ਦੀ ਸਥਿਤੀ ਵੇਖੀ ਸੀ ਕਿ ਸਾਡੀਆਂ ਅਧਿਆਪਕਾਵਾਂ, ਸਾਡੇ ਕਰਮਚਾਰੀ ਜਿਹੜੇ ਲੜਕੀਆਂ ਕਰਮਚਾਰੀ, ਉਹ ਟੈਂਕੀਆਂ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਆ। ਇਹ ਉਹ ਪੰਜਾਬ ਹੈ ਜਿੱਥੇ ਲੋਕਾਂ ਨੂੰ ਵੇਲੇ ਕਵੇਲੇ ਘਰ ਆਏ ਜਿਹੜਾ ਮਹਿਮਾਨ ਹੁੰਦਾ ਸੀ, ਰਾਤ ਰੱਖਦੇ ਸੀ ਅਸੀਂ ਉਹਨੂੰ, ਅਤੇ ਸਾਡੇ ਬੱਚੇ, ਇਹ ਧੀਆਂ ਕੁੜੀਆਂ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਪੜ੍ਹਾਉਣਾ ਸੀ, ਜਿਨ੍ਹਾਂ ਨੇ ਨੌਕਰੀਆਂ ਕਰਨੀਆਂ ਨੇ, ਉਹ ਟੈਂਕੀਆਂ 'ਤੇ ਚੜ੍ਹ ਕੇ ਜਿਹੜੀਆਂ ਨੇ ਉਹ ਵਿਰੋਧ ਪ੍ਰਦਰਸ਼ਨ ਕਰਦੇ ਸੀ। ਸਾਡੇ ਨੌਜਵਾਨ ਜਿਹੜੇ ਆ ਉਹ ਸੜਕਾਂ 'ਤੇ ਬੈਠੇ ਹੋਏ ਪ੍ਰਦਰਸ਼ਨ ਕਰਦੇ ਫਿਰਦੇ ਆ, ਉਹ ਵੀ ਟੈਂਕੀਆਂ 'ਤੇ ਚੜ੍ਹਦੇ ਰਹੇ ਆ। ਸਾਡਾ ਕਿਸਾਨ ਦਾ ਹਾਲ ਤੁਸੀਂ ਵੇਖ ਹੀ ਲਿਆ। ਹੁਣ ਤਾਂ ਕਰੋਨਾ ਕਰਕੇ ਬਹੁਤ ਕੁਝ ਜਿਹੜਾ ਦੱਬਿਆ ਗਿਆ ਕਰੋਨਾ ਦੇ ਵਿੱਚ, ਨਹੀਂ ਤਾਂ ਹਰ ਰੋਜ਼ 5-7 ਕਿਸਾਨ ਜਿਹੜੇ ਆ ਉਹ ਫਾਹੇ ਲੈ ਰਹੇ ਆ। ਵੜੈਚ ਸਾਹਿਬ, ਸਾਰਾ ਕੁਝ ਸਿਆਸੀ ਪਾਰਟੀਆਂ ਦੇ ਤਾਂ ਸਭ ਮੰਨਦੇ ਨੇ, ਤੁਸੀਂ ਵੀ ਮੰਨਦੇ ਹੋ ਕਿ ਸਿਆਸੀ ਪਾਰਟੀਆਂ ਦੇ ਲਾਰੇਬਾਜ਼ੀਆਂ ਨੇ ਕਿ ਹੁਣ ਤੱਕ ਉਹੀ ਕੁਝ ਕਰਦੇ ਆਏ ਜਿਹੜਾ ਕੁਝ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਵਾਅਦੇ ਕੀਤੇ ਲਗਾਤਾਰ ਕਰਦੇ ਆਏ। ਭਾਵੇਂ ਸਾਨੂੰ ਕਹਿੰਦੇ ਸੀ ਕਿ ਤੁਹਾਨੂੰ ਚੰਡੀਗੜ੍ਹ ਦੇ ਦਾਂਗੇ, ਪੰਜਾਬ ਨੂੰ ਕਹਿੰਦੇ ਸੀ, ਵਾਅਦੇ ਕੀਤੇ ਗਏ, ਰਾਜੀਵ ਲੋਂਗੋਵਾਲ ਸਮਝੌਤਾ ਤੱਕ ਹੋ ਗਿਆ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਦੂਜੀਆਂ ਧਿਰਾਂ ਨੂੰ ਕਿੱਦਾਂ ਮੰਨੀਏ ਕਿ ਜੇਕਰ ਬਸਪਾ ਹੋ ਗਈ ਜਾਂ ਹੋਰ ਦਲ ਹੋ ਗਏ, ਭਾਵੇਂ ਕੋਈ ਅਕਾਲੀ ਦਲ 'ਚੋਂ ਨਿਕਲਿਆ, ਲੋਂਗੋਵਾਲ ਹੋ ਗਏ, ਬਰਨਾਲਾ ਹੋ ਗਏ, ਲੋਕ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਕੁਰਸੀ ਦੀ ਭੁੱਖ ਜਿਹੜੀ ਹੈ ਉਹ ਇਹਨਾਂ ਨੂੰ ਮਾਰ ਗਈ ਅਤੇ ਲੋਕਾਂ ਨੂੰ ਇਹਨਾਂ ਦੇ ਲਾਰੇ ਮਾਰ ਗਏ। ਇਹ ਗੱਲ ਬਿਲਕੁਲ ਸਹੀ ਹੈ। ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਕਿ ਜਿੰਨੀਆਂ ਪਾਰਟੀਆਂ ਵੰਡੀਆਂ ਜਾਣਗੀਆਂ ਨਾ, ਉਹਨਾਂ ਸਿਆਸੀ ਸਿਸਟਮ ਕਮਜ਼ੋਰ ਹੁੰਦਾ ਹੈ। ਕਿਉਂਕਿ ਪੰਜਾਬੀ 'ਚ ਕਹਿੰਦੇ ਆ ਕਿ ਇਕੱਠਾ ਢੇਰ ਅਤੇ ਵੰਡਿਆ ਸੇਰ, ਠੀਕ ਹੈ ਨਾ। ਜਦੋਂ ਅਸੀਂ ਇਕੱਠੇ ਹੋਵਾਂਗੇ ਅਤੇ ਅਸੀਂ ਕੁਝ ਨਾ ਕੁਝ ਕਰ ਸਕਦੇ ਹਾਂ। ਜਦੋਂ ਅਸੀਂ ਵੰਡੇ ਗਏ, ਸਾਡੀ ਤਾਕਤ ਖਤਮ ਹੋ ਜਾਂਦੀ ਹੈ।
ਇਹੀ ਹਾਲਤ ਹੋਇਆ ਕਿ ਇੰਨੀਆਂ ਪਾਰਟੀਆਂ ਬਣ ਗਈਆਂ ਕਿ ਅੱਜ ਤੁਸੀਂ ਗਿਣਨੀਆਂ ਆਣ ਤਾਂ ਮੈਨੂੰ ਲੱਗਦਾ ਉਹ ਵੀ ਮੈਨੂੰ ਯਾਦ ਨਹੀਂ ਹੋਣਗੀਆਂ। ਕਾਂਗਰਸ ਪਾਰਟੀ ਤੇ ਕਿਉਂਕਿ ਨੈਸ਼ਨਲ ਪਾਰਟੀ ਹੈ, ਇਹਦੇ ਵਿੱਚ ਤਾਂ ਗਰੁੱਪ ਵੰਡੇ ਜਾ ਸਕਦੇ ਵੀ ਆ, ਫਲਾਣਾ ਪਟਲ ਗਰੁੱਪ ਹੋ ਗਿਆ ਜੀ, ਇਹ ਬੇਅੰਤ ਸਿੰਘ ਗਰੁੱਪ ਹੋ ਗਿਆ, ਇਹ ਕੈਪਟਨ ਸਾਹਿਬ ਦਾ ਗਰੁੱਪ ਹੋ ਗਿਆ, ਇਹ ਦੁੱਲੋ ਦਾ ਗਰੁੱਪ ਹੋ ਗਿਆ, ਸਿੱਧੂ ਦਾ ਗਰੁੱਪ। ਲੇਕਿਨ ਅਕਾਲੀ ਦਲ ਦੇ ਵਿੱਚ ਦੇਖੋ ਵੀ ਕਿੰਨੇ ਅਕਾਲੀ ਦਲ ਬਣ ਗਏ ਹੋਏ ਆ, ਔਰ ਹਰ ਇਲੈਕਸ਼ਨ ਤੋਂ ਪਹਿਲਾਂ ਨਵਾਂ ਅਕਾਲੀ ਦਲ ਆ ਜਾਂਦਾ ਔਰ ਲੋਕਾਂ ਨੂੰ ਜਿਹੜਾ ਹੈ ਉਹ ਪਤਾ ਨਹੀਂ ਲੱਗਦਾ ਕਿ ਹੁਣ ਕਰੀਏ ਕੀ। ਇਸੇ ਤਰ੍ਹਾਂ ਬਸਪਾ ਦਾ ਤੇ ਕੋਈ ਬਹੁਤਾ ਬੇਸ ਇੱਥੇ ਬਣਿਆ ਨਹੀਂ ਹੈਗਾ। ਲੋਕ ਭਲਾਈ ਪਾਰਟੀ ਬਣੀ ਸੀ ਰਾਮੂ ਵਾਲੀਆ ਸਾਹਿਬ ਦੀ, ਉਹ ਸਮੇਂ ਤੋਂ ਬਾਅਦ ਉਹ ਵੀ ਛੜੱਪਾ ਮਾਰ ਕੇ ਚਲੇ ਗਏ ਇੱਥੋਂ। ਮਨਪ੍ਰੀਤ ਬਾਦਲ ਹੋਣਾ ਨੇ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਨੇ ਵੀ ਇੱਕ ਆਪਣੀ ਪਾਰਟੀ ਆਪਣੇ ਤਾਇਆ ਜੀ ਨਾਲ ਲੜ ਕੇ ਬਣਾਈ, ਉਹ ਵੀ ਰੁਲ ਗਈ। ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਲੱਗਿਆ ਸੀ ਕਿ ਇੱਕ ਨਵਾਂ ਯੁੱਗ ਸ਼ਾਇਦ ਆਉਣ ਵਾਲਾ ਹੈ, ਲੇਕਿਨ ਉਹ ਵੀ ਆਪਣੇ ਪੈਰਾਂ ਤੋਂ ਥਿੜਕ ਗਈ। ਉਹਦੇ ਆਪਣੇ ਲੀਡਰਾਂ ਨੇ, ਮੈਨੂੰ ਲੱਗਦਾ ਹੈ ਤੇ ਕਹੀ ਜਾਂਦੇ ਆ ਕਿ ਜੀ ਕੇਜਰੀਵਾਲ ਦੇ ਉੱਤੇ ਪਾਉਂਦੇ ਆ ਸਾਰਾ ਉਹ ਦੋਸ਼, ਉਹ ਵੀ ਹੋਏਗਾ, ਕੇਂਦਰੀ ਲੀਡਰਸ਼ਿਪ ਤਾਂ ਜ਼ਿੰਮੇਵਾਰ ਹੁੰਦੀ ਹੈ। ਲੇਕਿਨ ਸਾਡੇ ਪੰਜਾਬ ਦੇ ਲੀਡਰਾਂ ਨੂੰ ਇੰਝ ਲੱਗਿਆ ਕਿ ਅਗਲੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਬਣਨੀ ਹੈ, ਤੇ ਜੇ ਮੈਂ ਨਾ ਅੱਗੇ ਆਇਆ ਤੇ ਫਿਰ ਮੈਂ ਮੁੱਖ ਮੰਤਰੀ ਨਹੀਂ ਬਣਨਾ। ਇਹ ਮੈਂ ਨੇ ਮਾਰਤਾ ਉਦੋਂ। ਹੋ ਸਕਦਾ ਉਦੋਂ ਪਾਰਟੀ ਨੌਜਵਾਨ ਜਾਂ ਲੋਕੀ ਨਵੇਂ ਆਉਂਦੇ ਅੱਗੇ। ਇਸੇ ਤਰ੍ਹਾਂ ਦੂਸਰੀਆਂ ਪਾਰਟੀਆਂ, ਬੈਂਸ ਸਾਹਿਬ ਨੇ ਵੀ ਆਪਣੀ ਪਾਰਟੀ ਬਣਾਈ ਆ, ਹੁਣ ਉਹ ਇਕੱਠੇ ਹੋ ਗਏ ਹੋਏ ਆ। ਹੁਣ ਢੀਂਡਸਾ ਸਾਹਿਬ ਨੇ ਆਪਣੀ ਵੱਖਰੀ ਪਾਰਟੀ ਬਣਾਈ ਹੈ। ਕੀ ਸੰਦੇਸ਼ ਜਾਂਦਾ ਹੈ? ਆਪਾਂ ਆਪਣੇ ਜੇ ਪੰਜਾਬੀ ਸੱਭਿਆਚਾਰ ਦੇ ਸਿਸਟਮ ਨੂੰ ਵੇਖੀਏ ਨਾ, ਤਾਂ ਤੁਸੀਂ ਦੇਖੋ ਕਿ ਜਦੋਂ ਸਾਡੇ ਕੋਲੇ ਇੱਕ ਪਰਿਵਾਰ ਕੋਲੇ 50-50 ਕਿੱਲੇ ਜ਼ਮੀਨ ਸੀ ਤੇ ਅਸੀਂ ਬਹੁਤ ਸੁਖੀ ਸੀਗੇ। ਇਕੱਠਾ ਪਰਿਵਾਰ ਬਹਿੰਦਾ ਸੀ, ਇਕੱਠਾ ਖਾਂਦਾ ਸੀ, ਇਕੱਠਾ ਕੰਮ ਕਰਦਾ ਸੀ, ਇੱਕ ਥਾਂ ਤੇ ਪੈਸੇ ਆਉਂਦੇ ਸੀ, ਇੱਕ ਘਰ ਦਾ ਸਰਦਾਰ ਹੁੰਦਾ ਸੀ। ਉਹ ਜਿਉਂ-ਜਿਉਂ ਵੰਡੀਆਂ ਗਈਆਂ, 50 ਦੇ 25, 25 ਦੇ 12, 12 ਦੇ 6, 6 ਦੇ 3, 3 ਦੇ 1.5, 1.5 ਤੋਂ ਬਾਅਦ ਅੱਜ ਸਾਡੇ ਬਹੁਤ ਸਾਰੇ ਜਿਹੜੇ ਜ਼ਿਮੀਂਦਾਰ ਸੀ ਚੰਗੇ ਅੱਜ ਤੋਂ 50 ਸਾਲ ਪਹਿਲਾਂ, ਉਹ ਦਿਹਾੜੀ ਵਾਲੇ ਚੌਂਕਾਂ ਦੇ ਵਿੱਚ ਖੜੇ ਹੋਏ ਆ। ਉਹਨਾਂ ਦੇ ਨਾਮ ਨਿਸ਼ਾਨ ਪਿੰਡਾਂ ਦੇ ਵਿੱਚੋਂ ਖਤਮ ਹੋ ਗਏ ਹੋਏ, ਜ਼ਮੀਨਾਂ ਵੇਚ ਦਿੱਤੀਆਂ ਉਹਨਾਂ ਨੇ। ਇਹੀ ਹਾਲ ਰਾਜਨੀਤਿਕ ਤਾਣੇ ਦਾ। ਜਿੰਨੀਆਂ ਤੁਸੀਂ ਪਾਰਟੀਆਂ ਵੰਡੋਗੇ, ਸੋ ਸੁਖਵਿੰਦਰ ਜੀ, ਪਾਰਟੀਆਂ ਵੰਡਣ ਦਾ ਲੋਕਾਂ ਨੂੰ ਪਤਾ ਨਹੀਂ ਲੱਗਦਾ। ਲੋਕੀ ਸਮਝਦੇ ਨਵੀਂ ਪਾਰਟੀ ਆਈ ਪਤਾ ਨਹੀਂ ਕੀ ਕੁਝ ਕਰ ਦੂਗੀ। ਲੋਕਾਂ ਦੀਆਂ ਵੋਟਾਂ ਵੰਡ ਕੇ ਤੇ ਬਹੁਮਤ ਸਾਬਤ ਕਰਦੇ ਆ ਜੀ। ਤੁਸੀਂ ਦੇਖੋ ਕਿ ਪਿਛਲੇ ਇਤਿਹਾਸ ਤੁਸੀਂ ਦੇਖ ਲਓ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦਾ, ਜਿਹੜੀ ਪਾਰਟੀ ਸਰਕਾਰ ਬਣਾਉਂਦੀ ਆ ਉਹਦਾ ਵੋਟ ਸ਼ੇਅਰ ਦਿਨੋਂ ਦਿਨ ਘਟਦਾ ਜਾ ਰਿਹਾ। ਭਾਵ ਕਿ ਜਿਹੜੀ ਪਾਰਟੀ 47 ਦੇ ਵਿੱਚ ਸਰਕਾਰ ਬਣਾਈ ਨਾ ਜਿਹਨੇ, ਉਹਦੇ ਕੋਲੇ ਜਿਹੜਾ ਵੋਟ ਸ਼ੇਅਰ ਸੀ ਉਹ 45% ਤੱਕ ਰਿਹਾ। ਇਸ ਵਕਤ ਕਿਸੇ ਸਟੇਟ 'ਚ, ਸਾਡੇ ਪੰਜਾਬ ਦੀ ਗੱਲ ਕਰ ਲਓ, 32 ਤੋਂ 35% ਵੋਟਾਂ ਲੈ ਕੇ ਸਰਕਾਰਾਂ ਜਿੱਤ ਕੇ ਸਰਕਾਰਾਂ ਬਣਾਉਂਦੀਆਂ ਨੇ ਪਾਰਟੀਆਂ ਜਿਹੜੀਆਂ। ਲੇਕਿਨ ਬਾਕੀ ਜਿਹੜੇ 65% ਲੋਕ ਹੈ ਜਿਹੜੇ ਵੰਡ ਦਿੱਤੇ ਜਾਂਦੇ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਨਾਲ ਕੀ ਹੋ ਗਿਆ। ਦਰਅਸਲ ਇਹ ਗੇਮ ਹੈ, ਫਾਰਮੂਲਾ ਹੈ ਕਿ ਲੋਕਾਂ ਨੂੰ ਵੰਡ ਦਿਓ। ਇੱਕ ਸੁਖਵਿੰਦਰ ਸਿੰਘ MP ਖੜਿਆ, MLA ਖੜਿਆ, ਉਹਨਾਂ ਨੂੰ ਲੱਗਦਾ ਵੀ ਯਾਰ ਇਹ ਜਿੱਤ ਜਾਏਗਾ, 4 ਸੁਖਵਿੰਦਰ ਸਿੰਘ ਹੋਰ ਨਾਲ ਖੜੇ ਕਰ ਦਿਓ, ਘੱਟੋ ਘੱਟ ਦੀ ਵੋਟ ਤੇ ਵੰਡੀ ਜਾਊਗੀ, ਤੀਸਰਾ ਬੰਦਾ ਜਿੱਤ ਜਾਂਦਾ ਉਹਦੇ ਵਿੱਚ। ਸੋ ਲੋਕੀ ਜਿਹੜੇ ਆ ਸੁਚੇਤ ਨਹੀਂ ਹੋ ਰਹੇ। ਜਿੰਨਾ ਚਿਰ ਸੁਚੇਤ ਨਹੀਂ ਹੋਣਗੇ ਕਿ ਲੀਡਰ ਸਾਨੂੰ ਵੰਡ ਕੇ, ਅੱਜ ਜਿਹੜੀ ਮਰਜ਼ੀ ਪਾਰਟੀ ਅਗਲੇ 1.5 ਸਾਲ ਬਾਅਦ ਇਲੈਕਸ਼ਨ ਹੋਣੀ ਆ, ਸਾਰੇ ਇੱਕੋ ਜਿਹੇ ਆ। ਲੋਕਾਂ ਨੂੰ ਕਿਹਾ ਵੀ ਜਾਂਦਾ ਹੈ, ਲੀਡਰ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਆ, ਫਿਰ ਕਿਉਂ ਨਹੀਂ ਲੋਕ ਸਮਝਦੇ? ਮੈਨੂੰ ਲੱਗਦਾ ਹੈ ਬੜੀ ਮਾੜੀ ਸਥਿਤੀ ਹੈ ਪੰਜਾਬ ਵਾਸਤੇ ਕਿ ਜਿੰਨਾ ਚਿਰ ਪੰਜਾਬ ਦੀ ਸਥਿਤੀ ਦੇ ਵਿੱਚ ਕੋਈ ਸਟਰੋਂਗ ਪਾਰਟੀ, ਚਾਹੇ ਕੋਈ ਪਾਰਟੀ ਹੋਵੇ, ਆਪਾਂ ਨੂੰ ਇਹ ਨਹੀਂ ਕਹਿੰਦੇ ABC, ਉਹ ਜਿੰਨਾ ਚਿਰ ਵੱਡੇ ਬਹੁਮਤ ਨਾਲ ਨਹੀਂ ਆਉਂਦੀ ਨਾ, ਅੱਗੇ ਸੀਟਾਂ ਨਾਲ ਬਹੁਮਤ ਨਹੀਂ ਹੁੰਦਾ ਕਿ ਤੁਸੀਂ 70 ਸੀਟਾਂ ਲੈ ਕੇ ਸਰਕਾਰ ਬਣਾ ਲਈ ਹੈ। ਤੁਹਾਡੇ ਨਾਲ ਵੋਟਰ ਕਿੰਨੇ ਨੇ? ਔਰ ਸਾਡੇ ਵੋਟਰਾਂ ਦੀ ਸੁਖਵਿੰਦਰ ਜੀ ਸਥਿਤੀ ਬੜੀ ਇਹ ਹੈ ਲੋਕਾਂ ਦੀ, ਅਸੀਂ ਨਾ ਲੋਕਾਂ ਨੂੰ, ਸਾਡੇ ਲੋਕ ਪੜ੍ਹ ਲਿਖ ਗਏ ਆ ਬਹੁਤ ਸਾਰੇ, ਦੇਖੋ ਬਾਹਰ ਜਾ ਕੇ ਮੰਤਰੀ ਵੀ ਬਣ ਗਏ, ਕੈਨੇਡਾ ਦੇ ਵਿੱਚ ਸਾਡੇ ਆਪਣੇ ਮੰਤਰੀ ਬਣੇ ਹੋਏ ਆ, ਆਸਟ੍ਰੇਲੀਆ ਦੇ ਵਿੱਚ ਸਾਡੇ ਲੋਕ ਬਹੁਤ ਅੱਗੇ ਵਧ ਰਹੇ ਨੇ, ਅਮਰੀਕਾ ਦੇ ਵਿੱਚ ਵਧ ਰਹੇ ਨੇ, ਬਾਕੀ ਸਟੇਟ ਜਿੱਥੇ ਵੀ ਗਏ ਨੇ, ਮਤਲਬ ਪੋਲੀਟੀਕਲੀ ਐਕਸੈਲ ਕਰ ਰਹੇ ਨੇ ਉਹ। ਲੇਕਿਨ ਅਸੀਂ ਇੱਥੇ ਬੈਠੇ ਹੋਏ, ਅਸੀਂ ਆਪਣੇ ਲੀਡਰਾਂ ਨੂੰ ਸਵਾਲ ਹੀ ਨਹੀਂ ਕਰਦੇ।
ਸਾਡਾ ਕੋਈ ਬੰਦਾ ਕਿਸੇ ਐਮਐਲਏ ਨੂੰ ਸਵਾਲ ਹੀ ਨਹੀਂ ਕਰਦਾ ਕਿ ਜੀ ਮੈਂ ਤੁਹਾਨੂੰ ਵੋਟ ਪਾਈ ਸੀ, ਸਾਡੇ ਪਿੰਡ ਨੇ ਵੋਟ ਪਾਈ ਸੀ, ਸਾਡੇ ਪਿੰਡ ਦੀ ਫਿਰਨੀ ਹਾਲੇ ਤੱਕ ਨਹੀਂ ਪੱਕੀ ਹੋਈ। ਵੜੈਚ ਸਾਹਿਬ, ਵੋਟ ਦਾ ਸਵਾਲ ਤਾਂ ਕਰਦੇ ਨੇ। ਤੁਸੀਂ ਦੇਖਿਆ ਆਮ ਆਦਮੀ ਪਾਰਟੀ ਆਈ ਤੇ ਇੱਕ ਪੰਜਾਬ ਦੇ ਵਿੱਚ ਇੱਕ ਲਹਿਰ ਜੀ ਚੱਲ ਗਈ ਕਿ ਹਰੇਕ ਲੀਡਰ ਨੂੰ ਘੇਰ ਕੇ ਲੋਕ ਸਵਾਲ ਕਰ ਦਿੰਦੇ ਸੀ, ਪਰ ਉਹ ਆਮ ਆਦਮੀ ਪਾਰਟੀ ਤੱਕ ਹੀ ਸੀਮਤ ਨੇ। ਇੱਥੇ ਇਹ ਵੀ ਹੈ ਨਾ, ਜੇ ਕੋਈ ਸਵਾਲ ਕਰਦਾ ਤਾਂ ਜਾਂ ਤਾਂ ਮਾੜਾ ਮੋਟਾ ਕੋਈ ਪਰਚਾ ਪਾ ਦਿੰਦੇ ਨੇ ਜਾਂ ਗੁੰਡਾਗਰਦੀ ਦਿਖਾ ਕੇ। ਇਦਾਂ ਵੀ ਤਾਂ ਹੁੰਦਾ ਨਾ, ਫਿਰ ਲੋਕ ਸਵਾਲ ਕਿਵੇਂ ਕਰਨ? ਦੱਸੋ। ਹਾਂ, ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਦਾ ਕਾਰਨ ਹੈ ਨਾ, ਸਾਡੀ ਮਾਨਸਿਕਤਾ ਪਿਛਲੇ 50 ਸਾਲਾਂ ਦੇ ਵਿੱਚ 60 ਦੇ ਵਿੱਚ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ। ਸਾਡੇ ਲੀਡਰ ਵੀ ਜਿਹੜੇ ਆ ਉਹ ਕੋਈ ਦੁੱਧ ਧੋਤੇ ਤਾਂ ਹੈ ਨਹੀਂ। ਉਹ ਚਾਹੁੰਦੇ ਠੀਕ ਹੈ, ਉਹਨਾਂ ਨੂੰ ਪਤਾ ਲੱਗਦਾ ਵੀ ਜੇ ਕਾਂਗਰਸ ਹੈ ਪਾਰਟੀ ਸਰਕਾਰ ਬਣੀ ਹੋਈ ਤਾਂ ਉਹਨਾਂ ਨੂੰ ਲੱਗਦਾ ਕਿ ਜੇ ਦੂਸਰੇ ਬੰਦੇ ਬੋਲਦੇ ਆ ਤੇ ਇਹਨਾਂ ਦੇ ਉੱਤੇ ਪਰਚਾ ਕਰ ਦਿਓ, ਜੇ ਅਕਾਲੀ ਆ ਤੇ ਉਹ ਕਾਂਗਰਸ 'ਤੇ ਕਰ ਦਿਓ, ਜੇ ਦੂਸਰੇ ਆਉਣਗੇ ਤਾਂ ਤੀਸਰੇ 'ਤੇ ਕਰ ਜਾਣਗੇ। ਗੱਲ ਇਹ ਆ, ਲੋਕ ਰੋਹ ਦੇ ਅੱਗੇ ਜਿਹੜਾ ਨਾ ਉਹ ਸਰਕਾਰਾਂ ਕਦੇ ਟਿਕਦੀਆਂ ਨਹੀਂ ਹੁੰਦੀਆਂ ਅਗਰ ਲੋਕ ਇਕੱਠੇ ਹੋ ਜਾਣ ਤਾਂ। ਜੀ ਵੜੈਚ ਸਾਹਿਬ, ਖੇਤਰੀ ਪਾਰਟੀ ਦੀ ਮੰਗ ਬੜੀ ਉੱਠਦੀ ਪੰਜਾਬ ਦੇ ਵਿੱਚ। ਜਦੋਂ ਵੀ ਕੋਈ ਗੱਲ ਉੱਠਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਸਾਡਾ ਭਰੋਸਾ ਬੜਾ ਸੀ ਅਕਾਲੀ ਦਲ ਦੇ ਉੱਤੇ, ਪਰ ਹੁਣ ਉਹ ਉੱਠ ਗਿਆ। 10 ਸਾਲਾਂ ਦੇ ਵਿੱਚ ਕੀ ਕੁਝ ਹੋਇਆ। ਕੇਂਦਰੀ ਪਾਰਟੀਆਂ ਨੂੰ ਥੋੜ੍ਹਾ ਲੋਕ ਪਾਸਾ ਵੱਟਦੇ ਨੇ, ਫਿਰ ਵੀ ਚਲੋ ਕੈਪਟਨ ਸਾਹਿਬ ਸੱਤਾ ਵਿੱਚ ਆਏ ਨੇ ਦੂਜੀ ਵਾਰ। ਦੂਜੀ ਗੱਲ ਇਹ ਕਿ ਲੋਕ ਜਿਹੜਾ ਚਾਹੁੰਦੇ ਨੇ ਉਹ ਪੰਜਾਬ 'ਚ ਬਦਲਾਅ ਚਾਹੁੰਦੇ ਨੇ। ਉਹ ਕਹਿੰਦੇ ਅਸੀਂ ਵੋਟ ਤਾਂ ਪਾ ਦਿੰਦੇ, ਪਰ ਜਿਹੋ ਜਿਹੇ ਹਾਲਾਤ ਅਸੀਂ ਦੇਖੇ 10 ਸਾਲਾਂ ਦੇ ਵਿੱਚ, ਅਸੀਂ ਨਹੀਂ ਸੀ ਚਾਹੁੰਦੇ ਕਿ ਦੁਬਾਰਾ ਉਹੋ ਜਿਹੇ ਹੋਣ। ਦੂਜੇ ਪਾਸੇ ਜਿਹੜੇ ਹੋਰ ਲੀਡਰ ਨੇ, ਭਾਵੇਂ ਸੁਖਪਾਲ ਖਹਿਰਾ ਵਰਗੇ ਹੋਣ, ਉਹ ਅੱਜ ਵੀ ਇਹੀ ਲਲਕਾਰ ਕਰਦੇ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਖੁਦ ਮੁਖਤਿਆਰੀ ਚਾਹੀਦੀ ਹੈ। ਇਹ ਕੀ ਕਨਸੈਪਟ ਹੈ ਖੁਦ ਮੁਖਤਿਆਰੀ ਦਾ? ਦੇਖੋ, ਖੁਦ ਮੁਖਤਿਆਰੀ ਦਾ ਕਨਸੈਪਟ ਇਹ ਆ ਕਿ ਪੰਜਾਬ ਆਪਣੇ ਫੈਸਲੇ ਆਪ ਕਰੇ, ਇਹਦੇ ਵਿੱਚ ਕੇਂਦਰ ਦੇ ਦਖਲ ਨਾ ਹੋਣ। ਲੇਕਿਨ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਵਿੱਚ ਬੜਾ ਕੁਝ ਸਪਸ਼ਟ ਹੈ ਕਿ ਕੁਝ ਵਿਸ਼ੇ ਜਿਹੜੇ ਨੇ ਉਹ ਪੰਜਾਬ ਦੇ ਆਪਣੇ ਨੇ, ਉਹਨਾਂ ਦੇ ਉੱਤੇ ਉਹਨੇ ਫੈਸਲਾ ਲੈਣਾ। ਲੇਕਿਨ ਕੁਝ ਵਿਸ਼ੇ ਇਹੋ ਜਿਹੇ ਹੈ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਫੈਸਲਾ ਕਰਨਾ, ਔਰ ਉਹਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਉਹਦੇ ਵਿੱਚ ਕੋਈ ਅਮੈਂਡਮੈਂਟ ਜਿਹੜੀ ਹੈ ਉਹ ਪੰਜਾਬ ਸਰਕਾਰ ਜਾਂ ਰਾਜ ਕਰ ਸਕਦਾ ਹੈ। ਸੋ ਖੁਦ ਮੁਖਤਿਆਰੀ ਦਾ ਮਤਲਬ ਹੈ ਕਿ ਸਾਡੇ ਕੋਲੇ ਸਾਡੇ ਜਿਹੜੇ ਟੈਕਸ ਨੇ ਇਸ ਟਾਈਮ ਜਿਹੜੇ ਆ ਉਹ ਟੈਕਸ ਕੇਂਦਰ ਕੋਲੇ ਜਾਂਦੇ ਆ, GST ਉੱਥੋਂ ਫਿਰ ਸਾਨੂੰ ਆ ਰਿਹਾ। ਸਾਨੂੰ ਆਪਣੇ ਟੈਕਸ ਆਪ ਇਕੱਠੇ ਕਰਨ ਦਾ ਅਧਿਕਾਰ ਹੋਵੇ। ਅਸੀਂ ਆਪਣੇ ਦੇਸ਼ ਵਿੱਚ ਕੋਈ ਰਾਜ ਦੇ ਵਿੱਚ ਕੋਈ ਵੱਡੀ ਸਕੀਮ ਚਲਾਉਣੀ ਹੈ ਤਾਂ ਕੇਂਦਰ ਦੇ ਨਾਲ ਜੋੜ ਕੇ ਨਾ ਸਾਨੂੰ ਰੱਖਿਆ ਜਾਵੇ। ਕੇਂਦਰ ਸਰਕਾਰ ਸਾਨੂੰ ਜਿਹੜੀ ਉਹ ਫੰਡਿੰਗ ਤਾਂ ਦੇਵੇ, ਪਰ ਸਾਡੇ ਉੱਤੇ ਇੰਪੋਜ਼ ਨਾ ਕਰੇ ਕਿ ਤੁਸੀਂ ਇਹਨੂੰ ਇੰਝ ਕਰ ਲਓ। ਹੁਣ ਜਿੰਨੀਆਂ ਵੀ ਸਕੀਮਾਂ ਬਣਦੀਆਂ ਨੇ ਨਾ, ਚਾਹੇ ਕੇਂਦਰ ਸਰਕਾਰ ਦੀਆਂ ਚਾਹੇ ਪੰਜਾਬ ਬਣਾਉਂਦੀ ਹੈ, ਉਹਦੇ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਕਿ ਕੇਂਦਰ ਸਰਕਾਰ ਦੇ ਜਿਹੜੇ ਮੈਂਡੇਟ ਨੇ ਉਹ ਲਾਗੂ ਕਰਨੇ ਪੈਂਦੇ ਆ, ਤਾਂ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਸਾਨੂੰ ਗ੍ਰਾਂਟਸ ਜਿਹੜੀ ਆ ਉਹ ਦਿੰਦੀ ਹੈਗੀ ਆ। ਸੋ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ ਉਹਨਾਂ ਦੇ ਵਿੱਚ ਫਿਰ ਲੱਗਦਾ ਹੈ ਪੰਜਾਬ ਨੂੰ, ਲੋਕਾਂ ਨੂੰ, ਬਾਕੀ ਵੀ ਸਟੇਟਾਂ ਦੇ ਵਿੱਚੋਂ ਇਹੋ ਜਿਹੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਨੇ ਕਿ ਸਾਨੂੰ ਖੁਦ ਮੁਖਤਿਆਰੀ ਦਿਓ, ਅਸੀਂ ਆਪਣੇ ਫੈਸਲੇ ਜਿਹੜੇ ਆਪ ਲੈ ਸਕੀਏ। ਪਰ ਹੁਣ ਪਾਣੀਆਂ ਦਾ ਮਸਲਾ ਜਿਵੇਂ, ਤਾਂ ਪਾਣੀਆਂ ਦੇ ਮਸਲੇ 'ਤੇ ਤੁਸੀਂ ਭਾਖੜਾ ਨਹਿਰ ਨੂੰ ਕਿੱਥੇ ਰੋਕ ਲਓਗੇ? ਬੰਦ ਕਰ ਲਓਗੇ? ਹਾਲਾਂਕਿ ਪਾਣੀ ਇਹ ਕੇਂਦਰ ਦੇ ਫੈਸਲੇ ਦੇ ਥੱਲੇ ਪਾਣੀ ਉੱਧਰ ਜਾ ਰਿਹਾ। SYL ਦਾ ਮਸਲਾ ਜਿਹੜਾ ਉਹ ਇਸ ਟਾਈਮ ਫਸਿਆ ਹੋਇਆ। ਹਾਂਸੀ ਬੁਟਾਣਾ ਨਹਿਰ ਸਾਡੇ ਘੱਗਰ ਦੇ ਨਾਲ ਜਿਹੜੀ ਖੜੀ ਹੋਈ ਹੈ, ਇਹ ਕੁਝ ਕੇਂਦਰੀ ਮਸਲੇ ਨੇ ਜਿਹੜੇ ਕੇਂਦਰ ਸਰਕਾਰ ਹੀ ਵਿੱਚ ਆ ਕੇ ਜਿਹੜੀ ਹੈ ਉਹ ਸੁਲਝਾਉਂਦੀ ਹੈ, ਜਾਂ ਫਿਰ ਸਾਨੂੰ ਸੁਪਰੀਮ ਕੋਰਟ 'ਚ ਜਾਣਾ ਪੈਂਦਾ, ਜਿਵੇਂ ਹੁਣ ਅਸੀਂ SYL ਦੇ ਮਸਲੇ ਦੇ ਉੱਤੇ ਉੱਥੇ ਗਏ ਹੋਏ ਹਾਂ। ਬਿਲਕੁਲ। ਬਾਕੀ ਪਾਰਟੀਆਂ ਨੂੰ ਕਿੱਦਾਂ ਦੇਖਦੇ ਹੋ? ਜੇ ਆਪਾਂ ਲੋਕ ਇਨਸਾਫ ਪਾਰਟੀ ਦੀ ਗੱਲ ਕਰੀਏ ਜਾਂ ਸੁਖਪਾਲ ਖਹਿਰਾ ਨੇ ਪਾਰਟੀ ਬਣਾਈ ਪੰਜਾਬ ਏਕਤਾ ਪਾਰਟੀ, ਅਗਲਾ ਭਵਿੱਖ ਕੀ ਦੇਖਦੇ ਹੋ ਇਹਨਾਂ ਦਾ? ਕਿਉਂਕਿ ਲੋਕਾਂ ਦਾ ਭਵਿੱਖ ਤਾਂ ਲੋਕ ਤਾਂ ਇਹਨਾਂ ਦੇ ਮਗਰ ਹੁੰਦੇ ਨੇ। ਇਹਨਾਂ ਦੇ ਭਾਵੁਕਤਾ ਭਰੇ ਬਿਆਨਾਂ ਦੇ ਵਿੱਚ ਆ ਜਾਂਦੇ ਨੇ। ਉਸ ਵੇਲੇ ਖਹਿਰਾ ਸਾਹਿਬ ਨੇ ਜਿਹੜੇ ਵਾਅਦੇ ਕੀਤੇ, ਅਸੀਂ ਇੱਦਾਂ ਕਰ ਦਾਂਗੇ, ਅਸੀਂ ਉੱਦਾਂ, ਉਹਨਾਂ ਦੇ ਨਾਲ ਕੁਝ ਬਾਗੀ ਸੀ, ਉਹ ਫਿਰ ਵਾਪਸੀ ਕਰ ਗਏ। ਉਹ ਮੁੜ ਕੇ ਕਹਿ ਦਿੰਦੇ ਨੇ ਜੀ ਘਰ ਵਾਪਸੀ ਹੋ ਗਈ। ਪਰ ਲੋਕਾਂ ਦਾ ਕੀ ਹੈ? ਲੋਕਾਂ ਦੇ ਮੁੱਦੇ ਨਹੀਂ ਨਾ ਘਰ ਵਾਪਸੀ ਕਰ ਸਕਦੇ, ਉਹ ਤਾਂ ਉੱਥੇ ਦੇ ਉੱਥੇ ਖੜੇ ਨੇ। ਇਹ ਬੜੀ ਦੁੱਖ ਵਾਲੀ ਸਥਿਤੀ ਹੈ ਸੁਖਵਿੰਦਰ ਜੀ, ਸੱਚਮੁੱਚ। ਜਿੰਨੇ ਲੀਡਰ ਨੇ, ਇੱਕ ਵੀ ਲੀਡਰ ਇਹੋ ਜਿਹਾ ਨਹੀਂ ਜਿਹੜਾ ਇਹ ਸੋਚਦਾ ਹੋਵੇ ਕਿ ਵੀ ਅਸੀਂ ਰਲ ਕੇ ਪੰਜਾਬ ਲਈ ਕੁਝ ਕਰਨਾ। ਹਰ ਇੱਕ ਦਾ ਇਹ ਮੋਟਿਵ ਹੁੰਦਾ ਹੈ ਜਦੋਂ ਇਲੈਕਸ਼ਨਾਂ ਨੇੜੇ ਆਉਂਦੀਆਂ ਨੇ ਨਾ, ਕਿ ਮੈਂ ਆਪਣੀ ਇੱਕ ਪਹਿਚਾਣ ਬਣਾ ਲਵਾਂ, ਹੁਣ ਭਾਵੇਂ ਮੈਨੂੰ ਥੋੜ੍ਹੀ ਜਿਹੀ ਥਾਂ ਮਿਲ ਜੇ, ਤਾਂ ਕਿ ਜਿਹੜੀ ਨਵੀਂ ਸਰਕਾਰ ਆਉਣੀ ਆ ਉਹਦੇ ਵਿੱਚ ਮੇਰਾ ਕੋਈ ਨਾ ਕੋਈ ਪਦ ਬਣ ਜਾਵੇ, ਕੋਈ ਚੇਅਰਮੈਨ ਹੀ ਬਣ ਜਾਵੇ। ਨਹੀਂ ਤਾਂ ਕਈਆਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਚਮਤਕਾਰ ਹੀ ਹੋ ਜਾਣਾ ਕਿ ਅਸੀਂ ਪਾਰਟੀ ਬਣਾ ਲਈ ਨਵੀਂ ਅਤੇ ਅਗਲੀਆਂ ਇਲੈਕਸ਼ਨਾਂ 'ਚ ਤਾਂ ਸਾਨੂੰ ਸਾਰਿਆਂ ਨੂੰ ਵੋਟ ਪੈ ਜਾਣੀ ਹੈ। ਮੈਨੂੰ ਲੱਗਦਾ ਇਹ ਬਹੁਤ ਮਾੜੀ ਗੱਲ ਹੈ। ਛੋਟੇ ਛੋਟੇ ਮੁਫਾਦਾਂ ਕਰਕੇ ਅਸੀਂ ਪਾਰਟੀਆਂ ਖੜੀਆਂ ਕਰਦੇ ਹਾਂ। ਛੋਟੀਆਂ ਰਾਇਤਾਂ ਲਈ ਅਸੀਂ ਜਿਹੜੇ ਆ ਉਹ ਵਿਕ ਜਾਂਦੇ ਆ। ਪੰਜਾਬ ਦੇ ਜਿਹੜੇ ਹਿੱਤ ਹੈ ਉਹ ਸਾਰੇ ਵਿਕ ਜਾਂਦੇ ਆ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ। ਉਸ ਵਕਤ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਲੱਗਦੀ ਹੈ। ਮੈਨੂੰ ਲੱਗਦਾ ਸੁਖਪਾਲ ਖਹਿਰਾ ਹੋਣਾ ਨੇ ਜਿਹੜੀ ਪਾਰਟੀ ਬਣਾਈ ਹੈ, ਉਹ ਪਾਰਟੀ ਭੁਲੱਥ ਤੱਕ ਹੀ ਹੈ, ਉਹਦਾ ਬਾਕੀ ਬੇਸ ਕਿੱਥੇ ਹੈ? ਖਹਿਰਾ ਸਾਹਿਬ ਦੇ ਘਰ ਤੱਕ। ਇਸੇ ਤਰ੍ਹਾਂ ਮਨਪ੍ਰੀਤ ਹੋਣਾ ਨੇ ਬਣਾਈ ਸੀ, ਉਹ ਵੀ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ।
ਜਿਹੜੇ ਦੋ ਬੈਂਸ ਭਰਾ ਨੇ ਲੁਧਿਆਣੇ ਦੇ ਵਿੱਚ, ਦੇਖੋ ਉਹਨਾਂ ਦੀ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਦੇ ਪੈਰ ਜੰਮੇ ਹੋਏ ਆ, ਉੱਥੇ ਧਨਾੜ ਵੀ ਨੇ ਉਹ, ਔਰ ਉਹਨਾਂ ਦੇ ਨਾਲ ਲੋਕ ਵੀ ਹੈਗੇ ਨੇ ਵੱਖ-ਵੱਖ ਕਿਸਮ ਦੇ। ਪਰ ਜਦੋਂ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰਦੇ ਹੋ ਨਾ, ਤਾਂ ਇੱਕ ਉਹੋ ਜਿਹਾ ਚਿਹਰਾ ਕੋਈ ਨਹੀਂ ਆ ਰਿਹਾ। ਹੁਣ ਪਿਛਲੇ ਸਮੇਂ ਦੇ ਵਿੱਚ ਨਵਜੋਤ ਸਿੱਧੂ ਹੋਣੀ, ਉਹ ਵੀ ਇੱਕ ਬੜਾ ਵੱਡਾ ਚਿਹਰਾ ਸਾਹਮਣੇ ਆਇਆ ਸੀ। ਜਿਹੜੀ ਸਭ ਤੋਂ ਦੁੱਖ ਵਾਲੀ ਗੱਲ ਹੈ, ਆਮ ਬੰਦਾ ਸੋਚਦਾ ਹੈ, ਦੇਖੋ ਇੱਕ ਵੋਟਰ ਇਹੋ ਜਿਹਾ ਹੈ ਸਾਡੇ ਪੰਜਾਬ ਦੇ ਵਿੱਚ ਜਿਹਨੂੰ ਨਾ ਕੋਈ ਲੈਣ ਦੇਣ ਨਹੀਂ ਕਿ ਕਿਹੜੀ ਪਾਰਟੀ ਆ ਰਹੀ ਹੈ, ਉਹਨੂੰ ਕੋਈ ਲੈਣ ਦੇਣ ਨਹੀਂ। ਉਹਦਾ ਕੰਮ ਕਿੱਥੋਂ ਤੱਕ ਹੈ, ਪਿੰਡ ਦੇ ਸਰਪੰਚ ਤੱਕ ਜਾਂ ਹਲਕਾ ਇੰਚਾਰਜ ਤੱਕ। ਉਹਦਾ ਕੰਮ ਹੈ ਵੀ ਜੇ ਉਹਦੀ ਸ਼ਰਾਬ ਫੜੀ ਗਈ ਤੇ ਉਹਨੂੰ ਸੁਖਵਿੰਦਰ ਜੀ ਛਡਾ ਦੇਣਗੇ, ਫਿਰ ਸੁਖਵਿੰਦਰ ਜਿੱਧਰ ਕਹੂਗਾ ਉੱਧਰ ਵੋਟ ਪੈ ਜੂਗੀ। ਅਤੇ ਸਾਡੇ ਘਰੇ ਕੋਈ ਮਰਗ ਹੋ ਗਈ ਹੈ ਤੇ MLA ਸਾਹਿਬ ਆ ਕੇ ਸਾਹਮਣੇ ਸਾਰਿਆਂ ਦੇ ਬੈਠ ਕੇ ਸ਼ਰਧਾਂਜਲੀ ਦੇ ਗਿਆ, ਅਸੀਂ ਇੱਥੋਂ ਤੱਕ ਸੀਮਤ ਹੈ। ਸਾਡੀ ਬੇਟੀ ਦਾ ਵਿਆਹ ਹੈ, ਸ਼ਗਨ ਪਾ ਕੇ ਆ ਕੇ ਸਾਡੇ ਕੁੜਮਾਂ ਦੇ ਸਾਹਮਣੇ ਬਣ ਗਈ ਸਾਡੀ ਬੱਲੇ ਬੱਲੇ। ਸਾਡੀ ਸੋਚ, ਕੁਝ ਵੋਟਰ ਤੇ ਇਹੋ ਜਿਹੇ ਨੇ, ਉਹਨਾਂ ਦਾ ਕੰਮ ਸਿਰਫ ਉੱਥੋਂ ਤੱਕ ਹੈ। ਕੁਝ ਲੋਕ ਇਹੋ ਜਿਹੇ ਨੇ ਜਿਹੜੇ ਪੜ੍ਹੇ ਲਿਖੇ ਨੇ, ਉਹ ਫਿਰ ਅੱਗੇ ਸੋਚਦੇ ਵੀ ਅਸੀਂ ਕੋਈ ਕੰਮ ਕਰ ਲਈਏ, ਨੌਕਰੀਆਂ ਮਿਲ ਜਾਣ। ਇਹ ਜਦੋਂ ਲੀਡਰ ਇੱਕ ਪਾਰਟੀ 'ਚ ਆ ਕੇ ਫਿਰ ਦੂਸਰੀ 'ਚ, ਫਿਰ ਤੀਸਰੀ 'ਚ, ਚੌਥੀ 'ਚ, ਫਿਰ ਪਹਿਲੀ 'ਚ ਇੰਝ ਛੜੱਪੇ ਵੱਜਦੇ ਆ ਨਾ, ਇਹ ਆਮ ਬੰਦੇ ਦੇ ਮਨ ਦੇ ਵਿੱਚ ਇੱਕ ਗੱਲ ਬਹਿ ਜਾਂਦੀ ਵੀ ਇਹ ਲੋਕ ਸਾਡੇ ਲਈ ਕੁਝ ਨਹੀਂ ਕਰ ਰਹੇ, ਇਹ ਸਿਰਫ ਆਪਣੇ ਲਈ ਕਰ ਰਹੇ ਆ ਕਿ ਮੇਰੀ ਪਾਰਟੀ ਦੇ ਵਿੱਚ ਮੇਰੀ ਸਥਿਤੀ ਬਣੇ ਕਿ ਨਾ ਬਣੇ। ਇਹ ਸਭ ਤੋਂ ਮਾੜਾ ਮਾਹੌਲ ਹੈ। ਔਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਲੋਕ ਜਿਹੜੇ ਆ ਉਹ ਇਹ ਜਾਣਦਿਆਂ ਹੋਇਆਂ ਵੀ ਇਲੈਕਸ਼ਨਾਂ ਵੇਲੇ ਜਦੋਂ ਰਾਤੋਂ ਰਾਤ ਤੁਹਾਡੇ ਘਰਾਂ ਦੇ ਵਿੱਚ ਸ਼ਰਾਬ ਆ ਜਾਂਦੀ ਹੈ, ਤੁਹਾਡੇ ਘਰਾਂ ਦੇ ਵਿੱਚ ਰਜਾਈਆਂ, ਕੁੱਕਰ, ਮੋਟਰਸਾਈਕਲ, ਪੈਸੇ ਪਹੁੰਚ ਜਾਂਦੇ ਆ, ਉਹ ਸਵੇਰੇ ਬਦਲ ਜਾਂਦੇ, ਉਹਨਾਂ ਨੂੰ ਕੋਈ ਮਤਲਬ ਹੀ ਨਹੀਂ। ਉਹਨਾਂ ਨੂੰ ਇਹ ਲੱਗਦਾ, ਜਿਹੜੇ ਗਰੀਬ ਲੋਕ ਨੇ ਸੁਖਵਿੰਦਰ ਜੀ, ਜਿਹੜੇ ਦਿਹਾੜੀਦਾਰ ਲੋਕ ਨੇ, ਛੋਟੇ ਬਹੁਤ ਵਿਚਾਰੇ, ਮਤਲਬ ਜਿਹੜੇ ਬਸ ਕਮਾਉਂਦੇ ਆ ਅਤੇ ਖਾਂਦੇ ਆ, ਉਹ ਇਹ ਗੱਲ ਸਮਝ ਗਏ ਹੋਏ ਆ ਕਿ ਸਰਕਾਰਾਂ ਨੇ ਸਾਨੂੰ 5 ਸਾਲ ਕੁਛ ਨਹੀਂ ਦੇਣਾ। ਇਲੈਕਸ਼ਨਾਂ ਦੇ ਵੇਲੇ ਜਿਹੜਾ ਕੋਈ 5, 7, 10 ਹਜ਼ਾਰ ਜਿਹੜਾ ਮਿਲ ਗਿਆ ਨਾ, ਉਹਨਾਂ ਨੂੰ ਲੱਗਦਾ ਵੀ ਸਾਡੀ ਵੋਟ ਦੀ ਵੈਲਿਊ ਇਹ ਹੀ ਹੈ ਸਿਰਫ। ਉਹਨਾਂ ਨੂੰ ਲੱਗਦਾ ਹੈ, ਉਹਨੂੰ ਕਿਹਾ ਜਾਂਦਾ ਤੁਹਾਡੀ ਵੋਟ ਦੀ ਬੜੀ ਵੈਲਿਊ ਜੀ, ਆਹ ਲਓ ਜੀ ਚੁੱਕੋ 10,000 ਰੁਪਇਆ, ਤੁਹਾਡੇ ਸਾਰੇ ਪਰਿਵਾਰ ਦੀਆਂ ਵੋਟਾਂ ਸਾਨੂੰ ਪੈਣੀਆਂ ਚਾਹੀਦੀਆਂ। ਰਾਤੋਂ ਰਾਤ ਸਭ ਕੁਝ ਕੀਤਾ ਜਾਂਦਾ ਹੈ। ਧਾਰਮਿਕ ਇਲੈਕਸ਼ਨਾਂ ਦੇ ਵਿੱਚ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ। ਸੋ ਇਹ ਸਥਿਤੀ ਸਾਡੀ ਮਾਨਸਿਕਤਾ ਬਣਾ ਦਿੱਤੀ। ਆਉਣ ਵਾਲਾ ਸਮਾਂ ਕੋਈ ਬਹੁਤਾ ਚੰਗਾ ਨਹੀਂ ਹੈਗਾ, ਕਿਉਂਕਿ ਸਾਡਾ ਯੂਥ ਜਿਹੜਾ ਉਹ ਹਤਾਸ਼ ਹੋਇਆ ਪਿਆ। ਕਰੋਨਾ ਨੇ ਤਾਂ ਹੋਰ ਸਾਡਾ ਲੱਕ ਤੋੜ ਦਿੱਤਾ ਹੋਇਆ। ਸਾਰਾ ਯੂਥ ਸਾਡਾ ਬਾਹਰ ਜਾਣ ਨੂੰ ਤਿਆਰ ਬੈਠਾ ਸੀਗਾ। 60% ਨੌਜਵਾਨ ਜਿਹੜੇ ਉਹਨਾਂ ਨੇ ਸੋਚ ਲਿਆ ਕਿ ਹੁਣ ਕਿਵੇਂ ਜਾਈਏ ਅਸੀਂ ਬਾਹਰ। ਉਹ ਇੱਕ ਐਨਰਜੀ ਹੈ ਜਿਹੜੀ ਉਹਨਾਂ ਦੇ ਅੰਦਰ, ਉਹਨਾਂ ਨੂੰ ਤਾਂ ਇਸ ਵਕਤ ਕੰਮ ਚਾਹੀਦਾ ਸੀ। ਪੰਜਾਬ ਦਾ ਸਟੈਂਡਰਡ ਹੈ ਕਿ ਸਾਨੂੰ ਇੱਕ ਬੰਦੇ ਨੂੰ ਘੱਟੋ ਘੱਟ ਇੱਕ ਮਹੀਨਾ ਇਕੱਲੇ ਬੰਦੇ ਨੂੰ 10-12 ਹਜ਼ਾਰ ਇਕੱਲੇ ਨੂੰ ਚਾਹੀਦਾ, ਜੇ ਉਹਨੇ ਵਧੀਆ, ਜੇ ਚੰਗੀ ਲਾਈਫ ਬਣਾਉਣੀ ਹੈ। ਚੰਗੀ ਦਾ ਭਾਵ ਕਿ ਉਹ ਪੱਖਾ ਲਾ ਕੇ ਸੌਂ ਸਕਦਾ ਹੋਵੇ, ਦਾਲ ਫੁਲਕਾ ਖਾ ਸਕਦਾ ਹੋਵੇ, ਚੰਗੇ ਕੱਪੜੇ ਪਾ ਕੇ ਨਿਕਲ ਸਕਦਾ। ਇੰਨੇ ਖਰਚੇ ਜਿਹੜੇ ਇੰਨੇ ਹੋ ਗਿਆ। ਲੇਕਿਨ ਇਸ ਵਕਤ ਨੌਕਰੀਆਂ ਜਿਹੜੀਆਂ ਨੇ ਉਹ 5-5 ਹਜ਼ਾਰ ਦੀਆਂ ਨੌਕਰੀਆਂ ਮਿਲ ਰਹੀਆਂ ਨੇ, 7-7 ਹਜ਼ਾਰ ਦੀਆਂ ਨੌਕਰੀਆਂ ਮਿਲ ਰਹੀਆਂ ਨੇ। ਕਰੋਨਾ ਕਰਕੇ ਸਾਡੀ ਆਰਥਿਕਤਾ ਦੇ ਵੀ ਜਿਹੜਾ, ਸੋ ਇਸ ਵਕਤ ਲੋੜ ਹੈ ਸਾਨੂੰ ਕਿ ਲੋਕ ਜਿਹੜੇ ਨੇ, ਕੋਈ ਲੀਡਰ ਉੱਠੇ ਇਸ ਤਰ੍ਹਾਂ ਦਾ ਜਿਹੜਾ ਸੱਚਮੁੱਚ ਸੱਚੀ ਗੱਲ ਕਰੇ ਅਤੇ ਲੋਕੀ ਵੀ ਸਮਝਣ ਵੀ ਯਾਰ ਪੰਜਾਬ ਵਾਸਤੇ ਲੜਨਾ ਹੈ, ਅਸੀਂ ਆਪਣੀਆਂ ਸੀਟਾਂ ਵਾਸਤੇ ਨਹੀਂ ਇਕੱਲਾ ਲੜਨਾ। ਅਤੇ ਉਹਦੇ ਵਿੱਚੋਂ ਜਦੋਂ ਇਸ ਤਰ੍ਹਾਂ ਦੀ ਕੋਈ ਨੇਤਾ ਨਿਕਲਦਾ ਜਿਹੜਾ ਸਾਰੇ ਪੰਜਾਬ ਵਾਸਤੇ ਸੋਚਦਾ, ਤਾਂ ਮੈਨੂੰ ਲੱਗਦਾ ਫਿਰ ਤਾਂ ਪੰਜਾਬ ਨੂੰ ਕੁਝ ਵੇਖਿਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਜ਼ਿੰਦਗੀ ਕਦੇ ਧੜਕੇਗੀ। ਨਹੀਂ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ, ਕਿਉਂਕਿ ਪੰਜਾਬ ਪੂਰੇ ਇਸ ਗਲੋਬਲ ਦਾ ਹਿੱਸਾ ਹੈ, ਗਲੋਬ ਦਾ, ਆਰਥਿਕਤਾ ਦੀ ਮਾਰ ਤਾਂ ਪੈ ਹੀ ਰਹੀ ਹੈ ਔਰ ਬੜੀ ਵੱਡੀ ਆਉਣ ਵਾਲੇ ਸਮੇਂ ਵਿੱਚ ਪੈਣ ਵਾਲੀ ਹੈ। ਜੀ ਇੱਕ ਵੜੈਚ ਸਾਹਿਬ ਹੋਰ ਸੀਗਾ ਵੀ ਜਦੋਂ ਤੁਸੀਂ ਗੱਲ ਕੀਤੀ ਕਿ ਦੋ ਤਰ੍ਹਾਂ ਦੇ, ਇੱਕ ਤਾਂ ਪੇਂਡੂ ਖਿੱਤੇ ਦੇ ਵੋਟਰ ਹੋ ਗਏ ਕਿ ਉਹ ਬਸ ਉੱਥੇ ਤੱਕ ਸੀਮਤ ਨੇ ਕਿ ਸਾਨੂੰ ਇੱਥੇ ਤੱਕ ਸਾਡਾ ਕੰਮ ਹੋ ਜੇ, ਇੱਕ ਪੜ੍ਹੇ ਲਿਖੇ ਜਿਹੜੇ ਸ਼ਹਿਰੀ। ਪਰ ਜਿਹੜੇ ਅਸੀਂ ਜੇ ਆਮ ਹਿਸਾਬ ਲਾਈਏ ਕਿ ਜਿਹੜੇ ਲੀਡਰ ਨੇ ਉਹਨਾਂ ਦੀ ਨਜ਼ਰ ਜਿਹੜੀ ਹੈ ਬਹੁਤੀ ਪੇਂਡੂਆਂ ਤੱਕ ਹੁੰਦੀ ਹੈ, ਪਿੰਡ ਵਾਲਿਆਂ ਤੱਕ, ਕਿ ਸਾਨੂੰ ਉੱਥੋਂ ਵੋਟ ਆਉਣੀ ਹੈ, ਸਾਡੀਆਂ ਉੱਥੇ ਨੀਲੀਆਂ ਅਤੇ ਚਿੱਟੀਆਂ ਪੱਗਾਂ ਨੇ। ਕਿਉਂਕਿ ਉਹ ਉਸ ਗਲੀ ਤੱਕ ਸੀਮਤ ਹੋ ਜਾਂਦੇ ਨੇ ਕਿ ਮੈਂ ਫਲਾਣਾ ਇੱਕ ਪ੍ਰਧਾਨ ਹੋ ਗਿਆ, ਇੱਕ ਉਪ ਪ੍ਰਧਾਨ ਹੋ ਗਿਆ, ਇੱਕ ਸਹਿ ਪ੍ਰਧਾਨ ਹੋ ਗਿਆ, ਉਹ ਨਿੱਕੀਆਂ ਮੋਟੀਆਂ ਪ੍ਰਧਾਨੀਆਂ ਤੱਕ ਸੀਮਤ ਰਹਿ ਜਾਂਦੇ ਨੇ। ਉਹ ਅੱਜ ਵੀ ਉਸੇ ਤਾਣੇ ਬਾਣੇ ਚੁਲਝੇ ਨੇ। ਅੱਜ ਵੀ ਮੈਂ ਕਈ ਵਾਰ ਪਿੰਡਾਂ 'ਚ ਜਾਂਦਾ, ਉਹਨਾਂ ਨੂੰ ਪੁੱਛਦਾ, ਸਾਡੇ ਵੀ ਪਰਿਵਾਰਾਂ 'ਚ ਕਈ ਬਜ਼ੁਰਗ ਨੇ, ਉਹ ਇੱਥੋਂ ਤੱਕ ਹੀ ਸੀਮਤ ਨੇ ਕਿ ਅਸੀਂ ਤਾਂ ਜੀ ਜਿਉਂ ਜੰਮੇ ਅਕਾਲੀ, ਅਸੀਂ ਜਿਉਂ ਜੰਮੇ ਅਸੀਂ ਕਾਂਗਰਸੀ, ਅਸੀਂ ਦੂਜੇ ਪਾਸੇ ਦੇਖਣੇ ਨਹੀਂ। ਭਾਵੇਂ ਉਹ ਸਾਨੂੰ ਜਿਵੇਂ ਕਹਿੰਦੇ ਨੇ ਕਿ ਅੰਨੇ ਹੋ ਜਾਂਦੇ ਨੇ, ਭਾਵੇਂ ਉਹ ਲੈ ਕੇ ਬੇੜਾ ਜਿੱਧਰ ਮਰਜ਼ੀ ਡੋਬ ਦੇਣ, ਇਹਨਾਂ ਨੇ ਉੱਧਰ ਨੂੰ ਹੀ ਡੁੱਬ ਪੈਣਾ।
ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਉਹਨਾਂ ਵੋਟਰਾਂ ਨੂੰ ਆਪਾਂ ਕਿੱਦਾਂ ਮਤਲਬ ਕਿ ਉਹ ਆਪਣੇ ਆਪ 'ਚ ਤਬਦੀਲੀ ਲਿਆ ਸਕਦੇ ਨੇ? ਹਾਲਾਂਕਿ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਕੈਪਟਨ ਸਾਹਿਬ ਨੇ ਚਲੋ ਫੋਨ ਵੰਡਤੇ, ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਗਏ ਹੋਣੇ ਜਿੱਥੇ ਨਹੀਂ ਵੀ ਹੈਗੇ, ਤੇ ਜਿਨ੍ਹਾਂ ਕੋਲ ਹੈਗੇ ਨੇ ਪਰਿਵਾਰ, ਬੱਚੇ ਅਵੇਅਰ ਕਰਦੇ ਨੇ, ਪਰ ਬੱਚੇ ਵਿਚਾਰੇ ਆਪ ਬੱਝ ਜਾਂਦੇ ਨੇ ਕਿ ਸਾਨੂੰ ਤਾਂ ਜੀ ਹੁਣ ਫਿਰ ਬਾਹਰ ਹੀ ਜਾਣਾ ਪੈਣਾ, ਇੱਥੇ ਤਾਂ ਕੁਝ ਬਣਦਾ ਨਹੀਂ। ਬਿਲਕੁਲ ਹੈ, ਪੰਜਾਬ ਦੀ ਜਿਹੜੀ ਜ਼ਿਆਦਾ ਆਬਾਦੀ ਆ ਉਹ ਪੇਂਡੂ ਆ, ਤੇ ਇਸ ਕਰਕੇ ਜਿਹੜੇ ਸਾਡੇ ਲੀਡਰ ਵੀ ਹੈ ਕੁਦਰਤੀ ਨਿਗਾਹ ਤਾਂ ਉੱਧਰ ਹੀ ਹੋਣੀ ਆ, ਉਹਨਾਂ ਪ੍ਰਭਾਵ ਉਹਨਾਂ ਤੇ ਪਾਉਂਦੇ ਨੇ। ਵੱਡੀ ਜਿਹੜੀ ਬਹੁਮਤ ਆਉਂਦੀ ਹੈ ਵਿਧਾਨ ਸਭਾ ਦੇ ਵਿੱਚ ਉਹ ਜ਼ਿਆਦਾ ਪਿੰਡਾਂ ਤੋਂ ਹੀ ਆਉਂਦਾ। ਦੂਸਰੀ ਗੱਲ ਇਹ ਹੈ ਕਿ ਜਿਹੜੇ ਸਾਡੇ ਲੀਡਰ ਪੈਦਾ ਵੀ ਹੋਏ ਨਾ ਜਿੰਨੇ ਵੀ, ਉਹ ਪੇਂਡੂ ਇਲਾਕਿਆਂ 'ਚੋਂ ਨਿਕਲੇ ਹੋਏ ਸਾਰੇ। ਸ਼ਹਿਰਾਂ 'ਚੋਂ ਬਹੁਤ ਘੱਟ ਲੀਡਰ ਜਿਹੜੇ ਆ ਉਹ ਨਿਕਲੇ, ਉਹ ਸ਼ਹਿਰੀ ਉੱਥੋਂ ਤੱਕ ਹੀ ਸੀਮਤ ਰਹੇ। ਸ਼ਹਿਰਾਂ 'ਚੋਂ ਨਿਕਲ ਕੇ ਪਿੰਡਾਂ ਦਾ ਪ੍ਰਤੀਨਿਧ ਕਰਨਾ ਬਹੁਤ ਔਖਾ ਹੈ। ਬਿਲਕੁਲ, ਕੋਈ 2-4 ਤੁਹਾਨੂੰ ਜ਼ਰੂਰ ਦਿਸਣਗੇ, ਲੇਕਿਨ ਜ਼ਮੀਨੀ ਹਾਲਾਤ ਪਰ ਜੀ ਬਿਲਕੁਲ ਹਾਂ, ਉਹ ਉੱਥੋਂ ਹੀ ਲੋਕੀ ਨਿਕਲ ਕੇ ਆਏ, ਇਸ ਕਰਕੇ ਉਹ ਲੋਕੀ ਆਪਣੇ ਲੋਕਾਂ ਨਾਲ ਉਹਨਾਂ ਨੂੰ ਸਮਝਦੇ ਆ। ਲੇਕਿਨ ਸਮੱਸਿਆ ਇੱਥੇ ਇਹ ਆ, ਜਿਹੜੇ ਤੁਸੀਂ ਗੱਲ ਕਹਿੰਦੇ ਵੀ ਉੱਥੇ ਕਨਸੈਂਟਰੇਟ ਕਿਉਂ ਕਰਦੇ ਆ, ਰਿਸ਼ਤੇਦਾਰੀਆਂ ਨੇ, ਧਰਮ ਹੈ, ਔਰ ਆਪਣਾ ਪੈਰਾਫਰਨੇਲੀਆ ਜਿੱਥੇ ਉਹ ਵਿਚਰਦੇ ਨੇ, ਉਸ ਨੂੰ ਉਹ ਧਿਆਨ 'ਚ ਰੱਖਦੇ ਆ ਵੀ ਇਹਨਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੋ, ਛੋਟੀਆਂ ਮੋਟੀਆਂ, ਤੇ ਜਿੱਤ ਸਕਦੇ ਹੋ, ਇਸ ਕਰਕੇ ਉਹ ਉੱਥੇ ਰੱਖਦੇ ਆ। ਇੱਥੇ ਮੈਂ ਗੱਲ ਜ਼ਰੂਰ ਕਹਿਣੀ ਚਾਹਾਂਗਾ ਸੁਖਵਿੰਦਰ ਜੀ ਕਿ ਸਾਡੇ ਲੋਕ ਇਹ ਸਮਝਦੇ ਆ ਕਿ ਵਿਕਾਸ ਕੀ ਹੈ, ਜਿਹੜਾ ਵਿਕਾਸ ਦੀ ਪਰਿਭਾਸ਼ਾ ਜਿਹੜੀ ਸਾਡੇ ਲੋਕਾਂ ਦੀ ਆ ਵੀ ਸਾਡੀਆਂ ਗਲੀਆਂ ਬਣ ਗਈਆਂ ਜੀ, ਨਾਲੀਆਂ ਬਣ ਗਈਆਂ ਜੀ, ਫਿਰਨੀ ਬਣ ਗਈ ਜੀ, ਸਾਡੇ ਹਸਪਤਾਲ ਬਣ ਗਿਆ, ਠੀਕ ਹੈ। ਲੋਕੀ ਸਮਝਦੇ ਆ ਇਹ ਵਿਕਾਸ ਹੋ ਰਿਹਾ। ਮੈਂ ਸਮਝਦਾ ਇਹ ਵਿਕਾਸ ਨਹੀਂ ਹੈਗਾ, ਇਹ ਸਾਡੀਆਂ ਲੋੜਾਂ ਨੇ। ਇਹ ਜਿਹੜੇ ਅਸੀਂ ਲੀਡਰ ਚੁਣਦੇ ਆ ਨਾ, ਇਹਨਾਂ ਦਾ ਕੰਮ ਹੈ, ਸਾਡਾ ਟੈਕਸ ਜਾਂਦਾ ਹੈ ਸਰਕਾਰ ਕੋਲੇ, ਇਹ ਕੋਈ ਆਸਾਨ ਨਹੀਂ ਕਰਦੇ ਸੁਖਵਿੰਦਰ ਜੀ। ਜੇ ਮੇਰੇ ਪਿੰਡ ਦੀਆਂ ਗਲੀਆਂ ਬਣ ਗਈਆਂ ਨਾ, ਤੇ ਉਹ ਐਮਐਲਏ ਦਾ, ਮੰਤਰੀ ਦਾ ਅਹਿਸਾਨ ਨਹੀਂ ਹੈਗਾ ਸਾਡੇ ਪਿੰਡ ਦੇ ਉੱਤੇ। ਅਸੀਂ ਵੋਟ ਪਾ ਕੇ ਪ੍ਰਤੀਨਿਧ ਚੁਣਿਆ, ਸਾਡੇ ਟੈਕਸ ਸਰਕਾਰ ਕੋਲੇ ਜਾਂਦੇ ਆ। ਵਰਲਡ ਬੈਂਕ ਦੀ, ਸੈਂਟਰਲ ਗੌਰਮੈਂਟ ਦੀਆਂ ਸਕੀਮਾਂ, ਏਸ਼ੀਅਨ ਡਿਵੈਲਪਮੈਂਟ ਬੈਂਕ, ਉਹਨਾਂ ਦਾ ਪੈਸਾ ਆਉਂਦਾ, ਇੱਥੇ WHO ਦਾ ਪੈਸਾ ਆਉਂਦਾ, ਵੰਡਿਆ ਜਾਂਦਾ। ਇਹ ਆਸਾਨ ਨਹੀਂ ਹੈਗਾ ਕਿ ਕਿਸੇ ਪਿੰਡ ਦੇ ਵਿੱਚ ਡਿਸਪੈਂਸਰੀ ਬਣ ਗਈ ਹੈ ਤੁਸੀਂ ਕਹੋ ਜੀ ਇਸ ਕਰਕੇ ਵੋਟ ਪਾ ਦੇਣੀ ਆ ਮੈਂ, ਕਿ ਜੀ ਮੇਰੇ ਪਿੰਡ 'ਚ ਇਸ ਮੰਤਰੀ ਨੇ ਡਿਸਪੈਂਸਰੀ ਬਣਾ ਦਿੱਤੀ ਹੈ। ਇਹ ਵਿਕਾਸ ਨਹੀਂ, ਇਹ ਤੁਹਾਡੀ ਲੋੜ ਹੈ। ਤੁਹਾਡੇ ਪਿੰਡ ਨੂੰ ਪੱਕੀ ਸੜਕ ਜਾਣੀ ਤੁਹਾਡੀ ਲੋੜ ਹੈ, ਇਸੇ ਕਰਕੇ ਅਸੀਂ ਇਹਨਾਂ ਲੋਕਾਂ ਨੂੰ ਚੁਣ ਕੇ ਭੇਜਦੇ ਹਾਂ। ਵਿਕਾਸ ਉਹ ਹੁੰਦਾ ਹੈ ਜਦੋਂ ਇੱਕ ਪਿੰਡ ਦੇ ਵਿੱਚ ਜਿਹੜਾ ਅੱਜ ਤੋਂ 40-50 ਸਾਲ ਬੰਦਾ ਸੀਰੀ ਲੱਗਿਆ ਹੋਇਆ ਕਿਸੇ ਦੇ ਕਿਸਾਨ ਦੇ ਨਾਲ, ਅੱਜ ਉਹਦਾ ਮੁੰਡਾ ਪੜ੍ਹ ਕੇ ਨੌਕਰੀ ਲੱਗ ਗਿਆ, ਇਹ ਹੈ ਵਿਕਾਸ। ਤੇ ਜੇ ਉਹ ਅੱਜ ਵੀ ਸੀਰੀ ਹੈ ਤੇ ਉਸ ਪਿੰਡ ਦੇ ਵਿੱਚ ਗਲੀਆਂ ਬਣਨੀਆਂ, ਲਾਈਟਾਂ ਲੱਗਣੀਆਂ, ਧਰਮਸ਼ਾਲਾਵਾਂ ਬਣਨੀਆਂ, ਸ਼ਮਸ਼ਾਨ ਘਾਟਾਂ 'ਤੇ ਪੈਸੇ ਲਾ ਦੇਣੇ, ਇਹ ਵਿਕਾਸ ਨਹੀਂ ਹੈਗਾ। ਸਾਡੇ ਤੇ ਨੌਜਵਾਨ ਪਿੰਡਾਂ 'ਚ ਤੁਸੀਂ ਜਾ ਕੇ ਵੇਖੋ, ਬਹੁਤ ਸਾਰੇ ਲੋਕ ਵਿਚਾਰੇ ਹਾਲੇ ਵੀ ਪਿੰਡ ਦੀ ਫਿਰਨੀ ਤੱਕ ਹੀ ਸਾਰੇ ਪੰਜਾਬ ਸਮਝਦੇ ਆ। ਉਹਨਾਂ ਦਾ ਉੱਥੇ ਤੱਕ ਹੀ ਸਾਰਾ ਕੁਝ ਖੜਿਆ ਹੋਇਆ। ਪੰਜਾਬ ਨੂੰ ਲੋੜ ਸੀ ਇਸ ਵਕਤ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਇੰਡਸਟਰੀ ਆਉਂਦੀ, ਫੂਡ ਪ੍ਰੋਸੈਸਿੰਗ ਇੰਡਸਟਰੀ ਵੱਡੇ ਪੱਧਰ 'ਤੇ ਲੱਗਦੀ, ਇੱਥੇ ਅਸੀਂ ਦੁਨੀਆ ਨੂੰ ਘੁਮਾ ਕੇ ਰੱਖ ਦਿੰਦੇ। ਸਾਡੇ ਕੋਲੇ ਹੁੰਦਾ ਕੀ ਨਹੀਂ ਹੈਗਾ, ਕਣਕ ਸਾਡੇ ਕੋਲੇ ਆ, ਝੋਨਾ ਸਾਡੇ ਕੋਲੇ ਆ, ਕਿੰਨੂ ਸਾਡੇ ਕੋਲੇ ਹੋ ਰਿਹਾ, ਅਮਰੂਦਾਂ ਦੇ ਬਾਗ ਹੈ, ਬੇਰ ਨੇ ਸਾਡੇ ਕੋਲੇ, ਨਰਮਾ ਸਾਡੇ ਕੋਲੇ, ਕੀ ਨਹੀਂ ਹੋ ਰਿਹਾ ਸਾਡੇ ਕੋਲੇ। ਸਾਡੇ ਮੁੰਡੇ ਬਾਹਰ ਜਾ ਕੇ ਇੰਨਾ ਕੰਮ ਕਰਦੇ ਆ, ਬਾਹਰਲੇ ਮੁਲਕਾਂ 'ਚ ਜਾ ਕੇ, ਅਰਜਨਟੀਨਾ ਦੇ ਵਿੱਚ ਉਹਨਾਂ ਨੇ ਜਾ ਕੇ ਬੱਲੇ ਬੱਲੇ ਕਰਾਈ ਹੈ ਸਾਡੇ ਕਿਸਾਨਾਂ ਨੇ, ਉੱਥੇ ਅਮਰੀਕਾ ਦੇ ਵਿੱਚ ਕਰਾਈ ਹੋਈ ਹੈ, ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਕਿਸਾਨ। ਆਸਟ੍ਰੇਲੀਆ ਦੇ ਵਿੱਚ ਇੱਕ ਚਰਨਾਮਾ ਸਿੰਘ ਕਿਸਾਨ ਗਏ ਨੇ ਇੱਥੋਂ ਫਲੋਰ ਤੋਂ, ਉਹਨਾਂ ਨੇ ਉੱਥੇ ਲਹਿਰਾਂ ਬਹਿਰਾਂ ਲਾਈਆਂ। ਮੈਂ ਹੁਣ ਹੋ ਕੇ ਆਇਆ ਪਿਛਲੇ ਸਾਲ ਉੱਥੇ। ਉਹ ਉਹਨਾਂ ਕੰਮ ਉੱਥੇ ਕਰ ਸਕਦੇ ਆ ਜਾ ਕੇ, ਤੇ ਇੱਥੇ ਨਹੀਂ ਸੀ ਕਰ ਸਕਦੇ। ਲੇਕਿਨ ਇੱਥੇ ਇੰਡਸਟਰੀ ਵਾਲੇ ਪਾਸੇ ਅਸੀਂ ਆਏ ਨਹੀਂ ਹੈਗੇ। ਹੁਣ ਦੇਖ ਲਓ, ਇੱਥੇ ਸਾਡੇ ਪੰਜਾਬੀਆਂ ਦਾ ਦਿਮਾਗ ਵੀ ਨਹੀਂ ਨਾ ਖੁੱਲ੍ਹਣ ਦਿੰਦੇ। ਸੋ ਵੜੈਚ ਸਾਹਿਬ, ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਜ਼ਿੰਮੇਵਾਰ ਤਾਂ ਅਸੀਂ ਆਪ ਹੀ ਹਾਂ, ਸਾਡੇ ਲੋਕ ਹੀ ਨੇ, ਕਿਉਂਕਿ ਲੋਕ ਸਾਡੇ ਤੱਕ ਹੀ ਵਾਅਦੇ ਹੁੰਦੇ ਨੇ। ਜੇ ਪਿੰਡਾਂ ਦੇ ਵਿੱਚ ਲੋਕ ਅੱਜ ਜੇ ਹਿਸਾਬ ਮੰਗਣ ਦੀ ਗੱਲ ਕਰਨ, ਤਾਂ ਉਹ ਵੀ ਲੋਕ ਆ ਕੇ ਕਹਿੰਦੇ ਨੇ ਕਿ ਤੁਸੀਂ ਸਾਡੇ ਤੋਂ ਸ਼ਰਾਬ ਪੀਤੀ ਸੀ ਲੈ ਕੇ, ਤੁਸੀਂ ਸਾਡੇ ਤੋਂ ਫਲਾਣਾ ਨਸ਼ਾ ਲਿਆ ਸੀ, ਫਲਾਣੀ ਚੀਜ਼ ਲਈ ਸੀ, ਤੁਹਾਡੇ ਘਰ ਦੀਆਂ ਅਸੀਂ ਲੋੜਾਂ ਪੂਰੀਆਂ ਕਰਤੀਆਂ। ਸਾਡੇ ਲੋਕ ਸਿਆਣੇ ਕਿਉਂ ਨਹੀਂ ਹੁੰਦੇ? ਕਿਉਂਕਿ ਪਿੰਡਾਂ ਦੇ ਵਿੱਚ ਹੀ ਜਿਹੜੇ ਪੇਂਡੂ ਤਬਕੇ ਦੇ ਨੌਜਵਾਨ ਨੇ, ਉਹੀ ਜ਼ਮੀਨਾਂ ਵੇਚ ਵੱਟ ਕੇ ਜਿਹੜਾ ਉਹ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਨੇ। ਹਾਲਾਂਕਿ ਸ਼ਹਿਰ ਦੇ ਵਿੱਚੋਂ ਵੀ ਹੈ, ਪਰ ਸ਼ਹਿਰੀਏ ਲੋਕ ਪੜ੍ਹੇ ਲਿਖੇ ਨੇ, ਉਹ ਆਪਣੇ ਹਿਸਾਬ ਨਾਲ ਵੋਟਿੰਗ ਕਰਦੇ ਨੇ। ਜ਼ਿਆਦਾ ਵੋਟ ਪਿੰਡਾਂ 'ਚੋਂ ਆਉਂਦੀ ਹੈ, ਲੀਡਰ ਜਾ ਕੇ ਤਾਂ ਹੀ ਪਿੰਡਾਂ ਦੇ ਵਿੱਚ ਟੁੱਕਦੇ ਨੇ। ਕੀ ਕਹਿਣਾ ਚਾਹੋਗੇ ਅਖੀਰ 'ਚ? ਸੁਖਵਿੰਦਰ ਜੀ, ਮੈਂ ਇਹ ਗੱਲ ਕਹਿਣੀ ਚਾਹਾਂਗਾ, ਮੈਂ ਆਪਣੇ ਆਪ ਨੂੰ ਸਮਝਦਾ ਬੜੀ ਮਹੱਤਵਪੂਰਨ ਗੱਲ ਹੈ ਕਿ ਸਾਡੇ ਲੋਕਾਂ ਨੂੰ ਨਾ ਹੁਣ ਸੁਚੇਤ ਹੋਣ ਦੀ ਲੋੜ ਹੈ, ਅਤੇ ਛੋਟੇ ਛੋਟੇ ਫਾਇਦਿਆਂ ਨੂੰ ਛੱਡ ਕੇ ਵੱਡੇ ਫਾਇਦਿਆਂ ਬਾਰੇ ਸੋਚਣਾ ਚਾਹੀਦਾ, ਜਿਹਦੇ ਵਿੱਚ ਪੂਰੇ ਬ੍ਰਹਿਮੰਡ ਦਾ ਫਾਇਦਾ ਹੋਵੇ। ਬ੍ਰਹਿਮੰਡ ਦੇ ਵਿੱਚ ਪੰਜਾਬ ਆਉਂਦਾ, ਪੰਜਾਬ ਬਾਰੇ ਪੂਰਾ ਫਾਇਦਾ ਹੋਵੇ। ਜੇਕਰ ਪੂਰੇ ਪੰਜਾਬ ਦਾ ਕੋਈ ਵੱਡਾ ਪ੍ਰੋਜੈਕਟ ਬਣੇਗਾ
ਤੇ ਉਹਦੇ ਵਿੱਚ ਹਰ ਇੱਕ ਨੂੰ ਫਾਇਦਾ ਹੋਏਗਾ। ਤੇ ਜੇ ਸਿਰਫ ਪਿੰਡ ਦੀਆਂ ਸ਼ਾਮਲਾਟਾਂ ਤੱਕ ਹੀ ਰਹਿ ਜਾਣਾ ਨਾ ਅਸੀਂ, ਤੇ ਉਹ ਪਿੰਡ ਨੂੰ ਫਾਇਦਾ ਹੋਏਗਾ। ਸੋ ਇਸ ਵਕਤ ਲੋੜ ਹੈ ਕਿ ਇੱਕ ਤੇ ਸਾਨੂੰ ਆਪਣੇ ਜਿਹੜੇ ਲੀਡਰ ਹੈ ਨਾ ਉਹ ਪਾਰਟੀ ਬੇਸ ਨਹੀਂ ਚੁਣਨੇ ਚਾਹੀਦੇ। ਤੁਸੀਂ ਦੇਖੋ ਤੁਹਾਡੇ ਲਈ ਕੰਮ ਕਿਹੜਾ ਕਰ ਸਕਦਾ ਹੈ। ਜਿਹੜਾ ਤੁਹਾਨੂੰ ਝੂਠੇ ਲਾਰੇ ਲਾ ਕੇ ਪਿਛਲੇ 70-73 ਸਾਲਾਂ ਦੇ ਵਿੱਚ ਉਹਨਾਂ ਨੇ ਪੂਰੇ ਨਹੀਂ ਕੀਤੇ, ਉਹਨਾਂ ਨੂੰ ਜਰਾ ਖੋਲ੍ਹ ਕੇ ਵੇਖੋ ਕਿ ਉਹਨਾਂ ਦੇ ਵਿੱਚ ਕੀ ਹੈ। ਤੁਹਾਡੇ ਕੋਲੇ ਲੀਡਰਸ਼ਿਪ ਉਹ ਹੋਣੀ ਚਾਹੀਦੀ ਆ ਜਿਹੜੀ ਛੋਟੀਆਂ-ਛੋਟੀਆਂ ਗੱਲਾਂ ਨਾ ਕਰੇ, ਉਹ ਵੱਡੇ ਸੁਪਨੇ ਵੀ ਦਿਖਾਵੇ ਔਰ ਉਹਨਾਂ ਨੂੰ ਹਕੀਕਤ ਬਣਾਉਣ ਦੀ ਉਹਦੇ ਵਿੱਚ ਜ਼ਰੂਰਤ ਹੋਵੇ, ਇੰਨੀ ਸਮਰੱਥਾ ਹੋਵੇ। ਔਰ ਉਹਦੇ ਲਈ ਜ਼ਰੂਰੀ ਹੈ ਇੱਕ ਵੋਟਰ ਜਿਹੜਾ, ਅਗਰ ਪਾਰਟੀ ਨਾਲ ਅਸੀਂ ਪੰਜਾ, ਤਕੜੀ, ਬਲਦ, ਦੀਵਾ ਇਹ ਚੀਜ਼ਾਂ ਵੇਖ ਕੇ ਵੋਟਾਂ ਪਾਉਣੀਆਂ ਨਾ, ਫਿਰ ਸਾਡੇ ਪੰਜਾਬ ਦਾ ਜਿਹੜਾ ਕੋਈ ਨਹੀਂ। ਮੈਂ ਕਹਿੰਦਾ ਪਾਓ, ਤੁਸੀਂ ਇਹਨਾਂ ਨੂੰ ਪਾਓ, ਭਾਵੇਂ ਪਾਰਟੀ ਆਪਣੀ ਨੂੰ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਪਾਓ, ਪਰ ਸਵਾਲ ਪੁੱਛਣ ਦੀ ਆਦਤ ਪਾਓ ਆਪਣੇ ਲੀਡਰਾਂ ਨੂੰ। ਉਹਨਾਂ ਨੂੰ ਪੁੱਛੋ ਕਿ ਪਿਛਲੇ 10 ਸਾਲਾਂ ਦੇ ਵਿੱਚ ਮੇਰੇ ਪਿੰਡ ਲਈ, ਮੇਰੇ ਹਲਕੇ ਲਈ ਕੀ ਤੁਸੀਂ ਕੀਤਾ। ਇੰਡਸਟਰੀ ਜਿਹੜੀ ਆ ਉਹ ਕਿਉਂ ਨਹੀਂ ਗਰੋ ਕਰ ਸਕੀ, ਕਿਉਂ ਸਾਨੂੰ ਸਬਸਿਡੀਆਂ ਦੇ ਕੇ ਤੁਸੀਂ ਮੰਗਤੇ ਬਣਾ ਦਿੱਤਾ। ਇਹ ਸਬਸਿਡੀਆਂ ਨੇ ਸਾਨੂੰ ਮਰਵਾ ਦਿੱਤਾ। ਸਾਨੂੰ ਮਤਲਬ ਉਹ ਜਿਵੇਂ ਨਿਆਣਾ ਨਹੀਂ ਹੁੰਦਾ, ਮਾਂ ਉਹਨੂੰ ਚੁੱਪ ਕਰਾਉਣ ਲਈ ਉਹਦੇ ਮੂੰਹ ਦੇ ਵਿੱਚ ਪਾ ਦਿੰਦੀ ਹੈ ਚੂਪਣਾ ਜਿਹਾ। ਕਦੇ ਤੁਸੀਂ ਛੋਟੇ, ਤੁਹਾਡੇ ਯਾਦ ਆ ਨਾ, ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਚੁੰਗਣੀ 'ਚੋਂ। ਉਹਦੇ ਨਾਲ ਹੁੰਦਾ ਨੁਕਸਾਨ ਇਹ ਹੁੰਦਾ ਕਿ ਬੱਚਾ ਵਿਰ ਜਾਂਦਾ, ਮਾਂ ਆਪਣਾ ਕੰਮ ਕਰਦੀ ਰਹਿੰਦੀ ਆ। ਇਹ ਸਾਡੇ ਮੂੰਹ 'ਚ ਸਬਸਿਡੀਆਂ ਦੀਆਂ ਚੁੰਗਣੀਆਂ ਪਾ ਕੇ ਆਪਣੇ ਕੰਮ ਕਰਦੇ ਰਹਿੰਦੇ ਆ ਔਰ ਅਸੀਂ ਫਿਰ 5 ਸਾਲ ਤਰਸਦੇ ਰਹਿੰਦੇ ਹਾਂ। 5 ਸਾਲ ਸਾਡੇ ਮੂੰਹ 'ਚ ਕੁਝ ਨਹੀਂ ਆਉਂਦਾ। ਇਸ ਟਾਈਮ ਲੋੜ ਹੈ ਲੀਡਰ ਚੁਣੋ, ਪਾਰਟੀ ਜਿਹੜੀ ਮਰਜ਼ੀ ਚੁਣੋ। ਅਸੀਂ ਇਹ ਨਹੀਂ ਕਹਿੰਦੇ, ਕਿਉਂਕਿ ਅਸੀਂ ਕਿਸੇ ਪਾਰਟੀ ਦੇ ਹੱਕ ਦੀ ਗੱਲ ਨਹੀਂ ਕਰ ਰਹੇ। ਲੀਡਰ ਉਹ ਚੁਣੋ ਜਿਹੜਾ ਤੁਹਾਡੀ ਗੱਲ ਸੁਣੇ, ਤੁਹਾਡੇ ਨਾਲ ਬੈਠ ਕੇ ਪ੍ਰੋਜੈਕਟ ਬਣਾਉਣ ਬਾਰੇ ਤੁਹਾਡੇ ਕੋਲੋਂ ਪੁੱਛੇ, ਤੁਹਾਡੇ ਪਿੰਡ ਬਾਰੇ ਪੁੱਛੇ। ਅੱਜ ਪੁੱਛੇ ਨਹੀਂ ਆਉਂਦਾ ਤੁਹਾਡੇ ਪਿੰਡ 'ਚ ਕੀ ਬਣਨਾ ਹੈਗਾ, ਕੀ ਉੱਥੋਂ ਆਉਂਦੀਆਂ ਸਕੀਮਾਂ ਆਉਂਦੀਆਂ, ਇਸ ਪਾਰਟੀ ਦਾ ਏਰੀਆ ਇੱਥੇ ਪਵਾ ਦਿਓ, ਉੱਥੋਂ ਪਵਾ ਦਿਓ। ਆਪਣੇ ਲੀਡਰਾਂ ਨੂੰ ਸਵਾਲ ਪੁੱਛੋ, ਉਹਨਾਂ ਤੋਂ ਡਰੋ ਨਾ, ਉਹਨਾਂ ਦੀ ਇੱਜ਼ਤ ਕਰੋ, ਚੰਗੇ ਲੀਡਰਾਂ ਨੂੰ ਅੱਗੇ ਲੈ ਕੇ ਆਓ। ਔਰ ਸਭ ਤੋਂ ਇਹ ਆ ਕਿ ਵੋਟਾਂ ਵੇਲੇ ਜਿਹੜੇ ਵਿਕ ਜਾਂਦੇ ਆ ਨਾ ਲੋਕ 1000-1000 ਰੁਪਏ 'ਚ, ਉਹਨਾਂ ਨੂੰ ਲੱਖ ਲਾਹਣਤਾਂ ਪਾਓ। ਧਰਮ ਦੇ ਨਾਂ ਦੇ ਉੱਤੇ ਜੇ ਵੋਟ ਪਾਓਗੇ ਤੇ ਪੰਜਾਬ ਨੂੰ ਕਦੇ ਅੱਗੇ ਨਹੀਂ ਲਿਜਾ ਸਕਦੇ ਤੁਸੀਂ। ਪੰਜਾਬ ਦੇ ਨਾਂ 'ਤੇ ਲੀਡਰ ਚੁਣੋ, ਵੇਖੋ ਪੰਜਾਬ ਲਈ ਜਿਹੜਾ ਕਿਹੜਾ ਬੰਦਾ ਉਹ ਵਧੀਆ ਕੰਮ ਕਰ ਸਕਦਾ, ਤੁਹਾਡੀ ਆਉਣ ਵਾਲੀ ਜਨਰੇਸ਼ਨ ਲਈ ਕਿਹੜਾ ਬੰਦਾ ਵਧੀਆ ਕੰਮ ਕਰ ਸਕਦਾ ਜੀ। ਸੋ ਵੜੈਚ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ। ਸੋ ਸਾਡੇ ਨਾਲ ਮੌਜੂਦ ਸਨ ਆਲ ਇੰਡੀਆ ਰੇਡੀਓ ਸਟੇਸ਼ਨ ਪਟਿਆਲਾ ਦੇ ਡਾਇਰੈਕਟਰ ਅਮਰਜੀਤ ਸਿੰਘ ਵੜੈਚ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਜੇਕਰ ਮੇਰੇ ਹਿਸਾਬ ਨਾਲ ਅਸੀਂ ਹੁਣ ਵੀ ਨਾ ਸੁਧਰੇ ਤਾਂ ਸਾਨੂੰ ਜਿਹੜਾ ਉਹ ਅਗਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਘਾਟੇ, ਖੁਦਕੁਸ਼ੀਆਂ ਤਾਂ ਛੋਟੀ ਮੋਟੀ ਗੱਲ ਹੈ, ਇਦੋਂ ਗਾਂਹ ਦੀਆਂ ਵੀ ਗੱਲਾਂ ਹੋ ਸਕਦੀਆਂ। ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਖੁਦਕੁਸ਼ੀਆਂ ਤੋਂ ਅੱਗੇ ਇਹ ਹੈ ਕਿ ਤੁਸੀਂ ਜਦੋਂ ਜਿਉਂਦੇ ਮਰ ਜਾਂਦੇ ਹੋ, ਤੁਹਾਡੀ ਜ਼ਮੀਰ ਮਰ ਜਾਂਦੀ ਹੈ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਵੋਟਾਂ ਕਿੱਧਰ ਪਾ ਰਹੇ ਹੋ। ਜਿਉਂਦੀ ਲਾਸ਼ ਨਹੀਂ ਬਣਨਾ ਚਾਹੀਦਾ। ਲੋਕਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਕਿੱਧਰ ਵੋਟ ਪਾ ਰਹੇ ਹਾਂ, ਸਾਡਾ ਤੇ ਸਾਡੇ ਪਰਿਵਾਰ ਦਾ ਭਲਾ ਕਿੱਥੇ ਹੈ। ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਲਗਾਤਾਰ ਤਕਰੀਬਨ ਅੱਧੇ ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਮੈਨੂੰ ਕੈਮਰਾਮੈਨ ਦੱਸ ਰਿਹਾ, ਅਸੀਂ ਸਿਰਫ ਤੇ ਸਿਰਫ ਪੰਜਾਬ ਨੂੰ ਲੈ ਕੇ ਚਿੰਤਤ ਹਾਂ। ਕਿਉਂਕਿ ਅਸੀਂ ਵੀ ਪੰਜਾਬ ਵਿੱਚ ਰਹਿੰਦੇ ਹਾਂ, ਅਸੀਂ ਪੰਜਾਬ ਵਿੱਚ ਰਹਿਣਾ, ਇਸੇ ਮੁਲਕ ਵਿੱਚ ਰਹਿਣਾ, ਇਸੇ ਦੇਸ਼ ਵਿੱਚ ਰਹਿਣਾ। ਅਸੀਂ ਨਹੀਂ ਚਾਹੁੰਦੇ ਕਿ ਲੋਕ ਜਿਹੜਾ ਉਹ ਪਲਾਇਨ ਕਰਕੇ ਹੋਰਨਾਂ ਸੂਬਿਆਂ ਵਿੱਚ। ਮੈਂ ਦੇਖਿਆ ਕਿ ਪੰਜਾਬ ਦੇ ਨਾਲ ਜਿੱਥੇ ਜਿੱਥੇ ਬਾਰਡਰ ਲੱਗਦਾ ਹਰਿਆਣੇ ਦਾ, ਲੋਕ ਕਹਿੰਦੇ ਨੇ ਕਿ ਚਲੋ ਹਰਿਆਣੇ ਚੱਲੋ, ਅਸੀਂ ਆਪਣੇ ਪੰਜਾਬ ਦੇ ਭੈਣ ਭਰਾਵਾਂ ਨੂੰ ਹਰਿਆਣੇ ਦੀ ਜਿਹੜੀ ਆ ਉੱਥੇ ਰਿਹਾਇਸ਼ ਲੈ ਕੇ ਦੇ ਦਈਏ ਤਾਂ ਕਿ ਉੱਥੇ ਸਹੂਲਤਾਂ ਨੇ। ਲੀਡਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਜੇਕਰ ਇੱਥੋਂ ਉੱਧਰ ਪਲਾਇਨ ਕਰਦੇ ਨੇ ਜਾਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਨੇ, ਲੋਕ ਪਰੇਸ਼ਾਨ ਨੇ। 70 ਸਾਲਾਂ ਤੋਂ ਅਸੀਂ ਲੋਕਾਂ ਨੂੰ ਉਹਨਾਂ ਦੀਆਂ ਸਹੂਲਤਾਂ ਉਹਨਾਂ ਨੂੰ ਇੰਨੇ ਜੋਗਾ ਨਹੀਂ ਕਰ ਸਕੇ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਹ ਬੜੀ ਸ਼ਰਮਨਾਕ ਭਰੀ ਗੱਲ ਹੈ। ਵੜੈਚ ਸਾਹਿਬ ਨੇ ਸਾਨੂੰ ਆਪਣਾ ਸਮਾਂ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ। ਅਗਲੇ ਵਾਰ ਵੀ ਇਹਨਾਂ ਨੂੰ ਲੈ ਕੇ SYL ਦੇ ਮੁੱਦੇ ਤੇ ਜਾਂ ਹੋਰ ਪੰਜਾਬ ਦੇ ਜਿਹੜੇ ਗੰਭੀਰ ਮੁੱਦੇ ਨੇ ਉਹਨਾਂ ਦੇ ਉੱਤੇ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਾਡੇ ਚੈਨਲ ਲੋਕਰਨ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਰੋਜ਼ਾਨਾ ਅਖਬਾਰ ਵੀ ਲੋਕਰਨ ਚੈਨਲ ਪੰਜਾਬੀ ਦੀ ਤੁਹਾਡੇ ਰੂਬਰੂ ਅਸੀਂ ਕਰ ਰਹੇ ਹਾਂ। ਵੈਬਸਾਈਟ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ www.lokran.in ਤੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਧੰਨਵਾਦ।